ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਲਮੀਕ ਸਾਹਿਬ ਜੀ। ਬੋਲੇ ਸੋ ਨਿਰਭੈ ਸ਼੍ਰੀ ਗੁਰੂ ਵਾਲਮੀਕ ਦਇਆਵਾਨ ਜੀ ਕੀ ਜੈ। ਸਾਹਿਬ ਸਤਿਗੁਰੂ ਗੁਰੂ ਗਿਆਨਨਾਥ ਮਹਾਰਾਜ ਜੀ ਕੀ ਜੈ। ਆਦਿ ਧਰਮ ਦੇ ਸਭ ਸੰਤਾਂ ਮਹਾਂਪੁਰਖਾਂ ਦੀ ਜੈ। ਸ਼ਬਦ ਗੁਰੂ ਕੀ ਜੈ। ਸਰਬਤ ਸਾਧ ਸੰਗਤ ਜੀ ਕੀ ਜੈ ਹੋਵੇ। ਸਤਿਨਾਮ 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 ਜੀ। ਵਾਲਮੀਕ ਨਾਮ ਜਪੋ ਸਤਿਨਾਮ ਜੀ। ਜਪ ਲੋ ਸਤਿਨਾਮ 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 ਜੀ। ਵਾਲਮੀਕ ਨਾਮ ਜਪੋ ਸਤਿਨਾਮ ਜੀ। ਜਪ ਲੋ ਸਤਿਨਾਮ 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 ਜੀ। ਵਾਲਮੀਕ ਨਾਮ ਜਪੋ ਸਤਿਨਾਮ ਜੀ। ਗੁਰੂ ਗਿਆਨਨਾਥ ਗਿਆਨ ਦਾ ਭੰਡਾਰ ਭਰਿਆ। ਤੇ ਕੁੰਜੀ ਅਕਲ ਦੇ ਲਾ ਕੇ ਖੋਲਿਆ ਕਰ। ਵੇ ਜਿਤ ਹੋਰਾਂ ਦੀ ਜੈ ਬੋਲਦਾ ਏ। ਵਾਲਮੀਕ ਦੀ ਜੈ ਵੀ ਬੋਲਿਆ ਕਰ। ਬੋਲੇ ਸੋ ਨਿਰਭੈ ਸ਼੍ਰੀ ਗੁਰੂ ਵਾਲਮੀਕ ਦਇਆਵਾਨ ਜੀ ਕੀ ਜੈ। ਕਲਯੁਗ ਵਿੱਚ ਆ ਕੇ ਗੁਰੂ ਗਿਆਨਨਾਥ ਜੀ ਨੇ ਕਲਯੁਗ ਵਿੱਚ ਆ ਕੇ ਗੁਰੂ ਗਿਆਨਨਾਥ ਜੀ ਨੇ ਮੁੜ ਕੇ ਕੌਮ ਦੇ ਖਾਤਰ ਪਰਉਪਕਾਰ ਕੀਤਾ। ਸਾਲਾਂ ਬੱਧੀ ਤਪੱਸਿਆ ਕਰ ਕਰਕੇ ਆਦਿ ਕਵੀ ਦਾ ਜਿਹਾ ਪ੍ਰਚਾਰ ਕੀਤਾ। ਆਦਿ ਕਵੀ ਉਹ ਭਗਵਾਨ ਦਾ, ਉਹ ਸਿਰਜਣਹਾਰ ਦਾ, ਉਹ ਰੱਬ ਦਾ, ਉਹ ਅੱਲਾਹ ਵਾਹਿਗੁਰੂ ਗੌਡ ਦਾ। ਮੇਰੇ ਗੁਰਾਂ ਨੇ ਕੀ ਕੀਤਾ ਭਾਈ?
ਕੀ ਕੀਤਾ? ਅਜੇ ਹੁਣੇ ਹੁਣੇ ਬੋਲਿਆ, ਘੰਟਾ ਵੀ ਨਹੀਂ ਹੋਇਆ। ਕਲਯੁਗ ਵਿੱਚ ਆ ਕੇ ਗੁਰੂ ਗਿਆਨਨਾਥ ਜੀ ਨੇ ਮੁੜ ਕੌਮ ਦੀ ਖਾਤਰ ਪਰਉਪਕਾਰ ਕੀਤਾ। ਸਾਲਾਂ ਬੱਧੀ ਤਪੱਸਿਆ ਕਰ ਕਰਕੇ ਆਦਿ ਕਵੀ ਦਾ ਜਿਹਾ ਪ੍ਰਚਾਰ ਕੀਤਾ। ਇਹੋ ਜਿਹਾ ਮੇਰੇ ਗੁਰੂਆਂ ਨੇ ਪ੍ਰਚਾਰ ਕੀਤਾ, ਉਹ ਰੱਬ ਦਾ, ਉਹ ਹੱਕ ਦਾ, ਉਹ ਸਿਰਜਣਹਾਰ ਦਾ, ਕਿ ਚੌਂ ਕੂਟਾਂ 'ਚ ਰੋਸ਼ਨ ਕੀਤਾ ਉਸ ਉਹ ਆਦਿ ਕਵੀ ਦੀ ਕਰਨੀ ਨੂੰ। ਕਿ ਆਦਿ ਕਵੀ ਕੌਣ ਹੈ? ਉਹ ਸ਼ਬਦ ਗੁਰੂ ਕੌਣ ਹੈ? ਉਹ ਸ਼ਬਦ ਦਾ, ਬਾਣੀ ਦਾ ਰਚੇਤਾ ਕੌਣ ਹੈ? ਸਿਰਜਣਹਾਰਾ ਕੌਣ ਹੈ? ਕਹਿੰਦੇ ਉਹ ਅੱਲਾ ਵਾਹਿਗੁਰੂ ਗੋਡ ਰਾਮ ਕਹਿੰਦੇ ਕੌਣ ਹੈ? ਕਿਹਨੂੰ ਕਿਹਾ ਗਿਆ ਹੈ? ਦੱਸਿਆ ਗੁਰੂ ਗਿਆਨਨਾਥ ਜੀ ਨੇ ਕਲਯੁਗ ਦੇ ਦੌਰ ਵਿੱਚ ਆ ਕੇ, ਆਹ ਯੁੱਗ ਦੇ ਵਿੱਚ ਆ ਕੇ। ਸੋ ਕਲਯੁਗ ਕੀ ਹੈ ਆਪਾਂ ਦੱਸਦੇ ਆਏ ਹਾਂ, ਹੋਰ ਵੀ ਦੱਸਾਂਗੇ ਕਿ ਕਲਯੁਗ ਦੀ ਨਿਸ਼ਾਨੀ ਕੀ ਹੈ, ਕਿਹਨੂੰ ਕਲਯੁਗ ਕਹਿੰਦੇ ਹੈ। ਸੋ ਇੱਥੇ ਆਪਾਂ ਅਗਿਆਨਤਾ ਲਵਾਂਗੇ, ਘੋਰ ਹਨੇਰਾ ਲਵਾਂਗੇ, ਜ਼ੁਲਮ ਪਾਪ ਲਵਾਂਗੇ। ਤੇ ਜ਼ੁਲਮ ਹੋਣ, ਅਤਿਆਚਾਰ ਹੋਵੇ, ਵੰਡ ਵਿਤਕਰੀ ਹੋਵੇ, ਊਚ ਨੀਚ ਹੋਵੇ, ਅਗਿਆਨਤਾ ਹੀ ਅਗਿਆਨਤਾ ਹੋਵੇ, ਗਿਆਨ ਦੀ ਕੋਈ ਗੱਲ ਹੀ ਨਾ ਹੋਵੇ। ਉਹ ਸੂਰਜ ਦਾ ਚਾਨਣ ਹੁੰਦਿਆਂ ਵੀ ਲੋਕਾਂ ਨੂੰ ਸੱਚ ਧਰਮ ਦੇ ਰਾਹ ਨਾ ਦਿਸਣ, ਬਾਹਰ ਚਾਨਣ ਹੋਵੇ ਪਰ ਗਿਆਨ ਦਾ ਚਾਨਣ ਨਾ ਹੋਵੇ, ਕਹਿੰਦੇ ਕਲਯੁਗ। ਸੋ ਉਹ ਦੌਰ ਦੇ ਅੰਦਰ ਆ ਕੇ ਰੱਬ ਦਾ ਪ੍ਰਚਾਰ ਕੀਤਾ ਹੈ। ਉਹ ਆਦਿ ਕਵੀ ਦੀ ਕਰਨੀ ਬਾਰੇ ਦੱਸਿਆ ਕਿ ਆਦਿ ਕਵੀ ਕੌਣ ਹੈ, ਲੇਖ ਵਿਦਾਤਾ ਕੌਣ ਹੈ। ਸਤਿਗੁਰੂ ਕਹਿੰਦੇ ਪਿਆਰਿਓ ਵਾਲਮੀਕ ਭਗਵੰਤ ਉਹੀ ਆਦ ਤੇ ਉਹੀ ਅੰਤ। ਸਤਿਗੁਰੂ ਕਹਿੰਦੇ ਪਿਆਰਿਓ ਸ਼੍ਰੀ ਵਾਲਮੀਕ ਭਗਵੰਤ ਉਹੀ ਸਭ ਦਾ ਮਾਲਕ ਪਾਲਕ, ਉਹੀ ਆਦ ਉਹੀ ਅੰਤ। ਸੋ ਰੱਬ ਦੇ ਪਿਆਰਿਆਂ ਨੇ, ਰੱਬ ਦੇ ਸੰਤਾਂ ਨੇ, ਦੀਵਾਨਿਆਂ ਨੇ, ਆਸ਼ਿਕਾਂ ਨੇ ਰੱਬ ਨੂੰ ਨਾਵੇਂ ਦਿੱਤੇ ਵੱਖਰੇ ਵੱਖਰੇ। ਕਿਸੇ ਅੱਲਾ ਕਹਿਤਾ, ਰਾਮ ਕਹਿਤਾ, ਗੋਡ ਕਹਿਤਾ, ਵਾਹਿਗੁਰੂ। ਪਰ ਆਹ ਦੌਰ ਦੇ ਅੰਦਰ ਵਿੱਚ ਆ ਕੇ ਗੁਰੂ ਗਿਆਨਨਾਥ ਮਹਾਰਾਜ ਨੇ ਦੱਸਿਆ ਕਿ ਅੱਲਾ ਕੌਣ ਹੈ, ਗੋਡ ਕੌਣ ਹੈ, ਵਾਹਿਗੁਰੂ ਕੌਣ ਹੈ। ਉਹਨਾਂ ਨੇ ਦੱਸਿਆ, ਕਹਿੰਦੇ ਉਹ ਆਦਿ ਕਵੀ ਹੈ, ਉਹ ਵਾਲਮੀਕ ਦਇਆਵਾਨ ਹੈ ਜਿਹਨਾਂ ਅਸੀਂ ਰੱਬ ਕਹਿੰਦੇ। ਅੱਲਾ ਵੀ ਉਹੀ ਹੈ, ਰਾਮ ਵੀ ਉਹੀ ਹੈ, ਗੋਡ ਵੀ ਉਹੀ, ਵਾਹਿਗੁਰੂ ਵੀ ਕਹਿੰਦੇ ਉਹੀ ਹੈ, ਕੋਈ ਤੀਜਾ ਨਹੀਂ ਹੈ, ਦੂਜਾ ਨਹੀਂ ਹੈ, ਉਹੀ ਹੈ ਕਹਿੰਦੇ। ਉਹ ਆਦਿ ਕਵੀ ਹੈ। ਸੋ ਇਸੇ ਕਰਕੇ ਸੋ ਇਹ ਵਿਸ਼ਾ ਤਾਂ ਬੜਾ ਗਹਿਰਾ ਹੈ, ਡੂੰਘਾ ਹੈ, ਪਰ ਕਿੱਦਾਂ ਗੌੜ ਹੈ, ਕਿੱਦਾਂ ਅੱਲਾ, ਕਿੱਦਾਂ ਵਾਹਿਗੁਰੂ, ਕਿੱਦਾਂ ਰਾਮ ਹੈ, ਦੱਸਿਆ ਗੁਰੂਆਂ ਨੇ। ਸੋ ਆਦਿ ਕਵੀ ਦਾ ਪ੍ਰਚਾਰ ਕੀਤਾ, ਕਰਨੀ ਬਾਰੇ ਦੱਸਣਾ ਕੀਤਾ ਲੋਕਾਂ ਨੂੰ, ਉਹਦਾ ਨਾਵਾਂ, ਉਹਦਾ ਸ਼ਬਦ ਜੀਵਾਂ ਤੱਕ ਪਹੁੰਚਾਉਣਾ ਕੀਤਾ ਹੈ ਕਿ ਤੁਸੀਂ ਬੰਦਗੀ ਕਰੋ, ਭਗਤੀ ਕਰੋ ਸਵਾਦ ਕਵੀ ਦੀ, ਤੇ ਖੁਸ਼ੀਆਂ ਦੇ ਆਨੰਦ ਦੇ ਪਾਤਰ ਬਣੋ, ਜਾਣੋ ਉਸ ਨੂੰ। ਕੋਈ ਇੱਕ ਹੈ ਕਿ ਅਨੇਕ ਹੈ। ਅੱਲਾ ਈਸ਼ਵਰ ਵਾਹਿਗੁਰੂ ਚਾਹੇ ਕਹੇ ਕੋਈ ਰਾਮ, ਮਾਲਕ ਸਭ ਕਾ ਇੱਕ ਹੈ ਗੁਰੂ ਵਾਲਮੀਕ ਭਗਵਾਨ। ਇਹਦੇ ਮਾਲਕ ਉਹ ਇੱਕੋ ਹੀ ਹੈ। ਕਿਸੇ ਨੇ ਵਾਹਿਗੁਰੂ ਕਹਿਤਾ, ਕਿਸੇ ਨੇ ਰਾਮ ਕਹਿਤਾ, ਕਿਸੇ ਨੇ ਗੋਡ ਕਹਿਤਾ, ਹੈ ਉਹ ਇੱਕੋ ਹੀ ਹੈ। ਉਹ ਆਦਿ ਕਵੀ ਸਿਰਜਣਹਾਰਾ, ਜਿਹਨੇ ਬਾਣੀ ਰਚੀ ਹੈ, ਕਹਾਣੀ ਰਚੀ ਹੈ, ਸ਼ਬਦ ਰਚੇ ਹੈ, ਵਿਦਿਆ ਰਚੀ ਹੈ, ਇਹ ਗਿਆਨ ਦਿੱਤਾ ਹੈ ਸਾਰੀ ਦੁਨੀਆ ਨੂੰ, ਇਹ ਬੋਲੀ ਦਿੱਤੀ ਹੈ, ਇਹ ਸਭਤਾ ਦਿੱਤੀ, ਵਿਰਸਾ ਦਿੱਤਾ ਹੈ, ਇਹ ਜਨਮ ਦਿੱਤਾ ਹੈ ਰੂਹਾਂ ਵਿੱਚ, ਇਹ ਰੂਹਾਂ ਨੂੰ ਜਗਾਉਣਾ ਕੀਤਾ ਹੈ, ਬੁੱਤਾਂ 'ਚ ਰੂਹਾਂ ਪਾਉਣੀਆਂ ਕੀਤੀਆਂ, ਕਹਿੰਦੇ ਉਹੀ ਹੈ, ਤੀਜਾ ਨਹੀਂ ਹੈ। ਸੋ ਇਸ ਕਰਕੇ ਗੁਰੂ ਕੋ ਪੂਜੋ ਦਾਰੇ, ਚੰਨ ਸੂਰਜ ਸਭ ਤਾਰੇ। ਇਸੇ ਕਰਕੇ ਕਹਿੰਦੇ ਚੰਨ ਹੈ, ਸੂਰਜ ਹੈ, ਤਾਰੇ ਹੈ, ਇਹਨਾਂ ਨੇ ਗੁਰੂਆਂ ਨੂੰ ਪੂਜਣਾ ਕੀਤਾ ਹੈ, ਨਮਸਕਾਰ ਕੀਤਾ, ਪ੍ਰਣਾਮ ਕੀਤਾ, ਚਰਨੀ ਆਏ ਉਹਨਾਂ ਦੀ। ਰੱਬ ਨੂੰ ਥੋੜਾ ਪਰੇ ਕਰਕੇ ਪਹਿਲਾਂ ਸਤਿਗੁਰੂ ਨੂੰ ਪੂਜਣਾ ਕੀਤਾ ਹੈ, ਕਿ ਸਤਿਗੁਰੂ ਵਿੱਚੋਂ ਹੀ ਰੱਬ ਨੂੰ ਪਾਉਣਾ ਕੀਤਾ ਹੈ। ਗੁਰੂ ਕਾ ਪੂਜੋ ਉਧਾਰੇ, ਚੰਨ ਸੂਰਜ ਸਭ ਤਾਰੇ। ਚੰਨ ਕਹਿੰਦੇ ਦੇਵਤਾ ਹੈ, ਸੂਰਜ ਕਹਿੰਦੇ ਦੇਵਤਾ ਹੈ, ਇਹ ਤਾਰੇ ਵੀ ਦੇਵਤੇ ਹੈ।
ਤਾਰੇ ਕਿੱਦਾਂ ਬਣਦੇ ਹੈ? ਸੋ ਗੁਰੂ ਮਹਾਰਾਜ ਦੱਸਦੇ ਕਿ ਤਾਰਾ ਕੌਣ ਬਣਦਾ ਹੈ? ਕੌਮ ਦੀ ਖਾਤਰ ਮਰਦ ਮਰੇ ਕੋਈ ਗੰਮੜਾ ਕਰਨੀ ਵਾਲਾ, ਉਹ ਚੰਨ ਬਣੇ ਜਾਂ ਧੁੰਦਾ ਤਾਰਾ ਕਹਿੰਦੇ। ਜਦ ਤਾਰੇ ਵੇਖਦੇ ਆ ਨਾ, ਕਹਿੰਦੇ ਉਹ ਸਪਤ ਰਿਸ਼ੀ ਹੈ ਤਾਰੇ। ਜਿਹੜੇ ਤਾਰੇ ਆ ਨਾ, ਉਹ ਕਹਿੰਦੇ ਰਿਸ਼ੀ ਮੁਨੀ ਬਣਦੇ ਆ, ਗੁਰੂ ਪੀਰ ਬਣਦੇ ਆ। ਜੋ ਗੁਰੂ ਹੁੰਦੇ ਆ, ਸੰਤ ਹੁੰਦੇ ਆ, ਜੋ ਦੁਨੀਆ 'ਤੇ ਪਰਦਾ ਕਰਦੇ ਆ, ਉਹ ਜਾ ਕੇ ਤਾਰੇ ਬਣ ਜਾਂਦੇ ਆ। ਜੇ 7 ਤਾਰੇ ਆਪਾਂ ਵੇਖਦੇ ਆ ਨਾ ਅਸਮਾਨ 'ਤੇ, ਅਸੀਂ ਬਹੁਤ ਵਾਰੀ ਦੇਖੇ ਆ, ਅੰਮ੍ਰਿਤ ਵੇਲੇ ਦਿਖਾਈ ਦਿੰਦੇ ਉਹ 7 ਤਾਰੇ ਮੰਡਲ ਦਿਖਾਈ ਦਿੰਦਾ ਹੈ, ਜਿਹਨੂੰ ਸਪਤ ਰਿਸ਼ੀ ਕਹਿੰਦੇ ਆ। ਅਤੇ 7ਵਾਂ ਤਾਰਾ ਵਿੱਚ ਸ਼੍ਰੀ ਭਾਰਦਵਾਜ ਹੈ। ਬੋਲੇ ਸੋ ਨਿਰਭੈ। 7ਵਾਂ ਤਾਰਾ ਭਾਰਦਵਾਜ ਜੀ ਹੈ, ਗੁਰੂ ਵਾਲਮੀਕ ਮਹਾਰਾਜ ਜੀ ਦੇ ਪਹਿਲੇ ਚੇਲੇ। ਵੈਸੇ ਤਾਂ ਸਾਰਾ ਸੰਸਾਰ ਹੀ ਉਹਨਾਂ ਦਾ ਚੇਲਾ ਹੈ। ਇਹ ਪੱਤਾ ਪੱਤਾ, ਰੁੱਖ ਰੁੱਖ, ਕਣ ਕਣ ਸਾਰਾ ਉਹਨਾਂ ਦਾ ਚੇਲਾ ਹੈ, ਦਾਸ ਹੈ। ਪਰ ਇਨਸਾਨਾਂ ਵਿੱਚੋਂ ਉਹ ਰੱਬ ਦਾ ਚੇਲਾ ਹੋਇਆ ਭਾਰਦਵਾਜ। 7ਵਾਂ ਤਾਰਾ ਬਣਿਆ ਜਾ ਕੇ ਤਾਰਾ ਮੰਡਲ 'ਚ। ਸੋ ਤਾਰਿਆਂ ਦੀ ਪਦਵੀ 'ਚ ਨਾ ਚੰਨ ਤੋਂ ਹੀ ਉੱਪਰ ਹੈ, ਤਾਰੇ ਸੂਰਜ ਤੋਂ ਹੀ ਉੱਪਰ ਹੈ। ਉਹ ਰਿਸ਼ੀ ਮੁਨੀ ਦਾਤੇ ਜਿਹੜੇ ਗੁਰੂ ਪੀਰ ਸੀ ਨਾ, ਉਹੀ ਤਾਰੇ ਬਣੇ ਹੈ। ਅੱਜ ਸੂਰਜ ਦਾ ਚੰਦਰਮਾ ਤਰ੍ਹਾਂ ਉਹ ਚਮਕ ਰਹੇ, ਰੌਸ਼ਨ ਹੈ। ਸੋ ਤਾਰੇ ਕਿੱਦਾਂ ਬਣੇ, ਕਿੱਦਾਂ ਚਮਕ ਰਹੇ? ਅੱਜ ਵੀ ਉਹ ਸਤਿਗੁਰੂ ਨੂੰ ਪੂਜ ਕੇ ਗੁਰੂ ਵਾਲੇ ਹੋ ਕੇ ਉਹ ਤਾਰੇ ਬਣੇ ਆ। ਸੂਰਜ ਤੋਂ ਹੀ ਉੱਪਰ ਹੋ ਗਏ, ਚੰਦ ਤੋਂ ਵੀ ਉਹ ਉੱਪਰ ਹੋ ਗਏ। ਸੋ ਇਸ ਕਰਕੇ ਗੁਰੂ ਕੋ ਪੂਜੋ ਤਾਰੇ, ਚੰਨ ਸੂਰਜ ਸਭ ਤਾਰੇ। ਤੇ ਆਖਰੀ ਸਮੇਂ ਵਿੱਚ ਮੇਰੇ ਗੁਰਾਂ ਨੇ ਦੱਸਣਾ ਕੀਤਾ, ਫਰਮਾਨ ਕੀਤਾ ਕਿ ਪਿਆਰਿਓ, ਸਾਡਾ ਸਮਾਂ ਆ ਗਿਆ। ਹੁਣ ਤਾਰਾ ਮੰਡਲ ਸਾਡਾ ਉਡੀਕ ਕਰ ਰਿਹਾ ਹੈ। ਤਾਰਾ ਮੰਡਲ ਸਾਡਾ ਉਡੀਕ ਕਰ ਰਿਹਾ। ਅਸੀਂ ਹੁਣ ਜਾ ਕੇ ਤਾਰੇ ਬਣ ਜਾਣਾ ਹੈ, ਚਮਕਣਾ ਹੈ। ਗੁਰੂ ਵਾਲਮੀਕ ਚਰਨੀ ਜਾ ਕੇ ਪੈਣਾ ਹੈ, ਤਾਰੇ ਬਣ ਜਾਣੇ ਤਾਰਾ ਮੰਡਲ 'ਚ ਜਾ ਕੇ। ਸੂਰਜ ਚੰਦ ਤੋਂ ਵੀ ਉੱਪਰ ਪਦਵੀ ਹੈ ਉਹਨਾਂ ਦੀ। ਉਹ ਕਿੱਦਾਂ ਹੋ ਗਏ ਉੱਚੇ? ਸਤਿਗੁਰੂ ਨੂੰ ਪੂਜ ਕੇ। ਸੋ ਅੱਜ ਬੜਾ ਹੀ ਮਹਾਨ ਦਿਹਾੜਾ ਹੈ। ਅੱਜ ਕਿਹੜਾ ਦਿਹਾੜਾ ਹੈ ਭਾਈ? ਇਤਿਹਾਸਿਕ ਦਿਹਾੜਾ ਹੈ। ਇਤਿਹਾਸਿਕ ਦਿਹਾੜਾ ਹੈ ਤੇ ਕੌਮ ਦੇਖ ਲਓ ਹੈ ਨਾ, ਕਿੰਨੀਆਂ ਰੌਣਕਾਂ ਲਹਿਰਾਂ ਪਹਿਲਾਂ ਲੱਗੀਆਂ। ਪੈਰ ਨਹੀਂ ਰੱਖ ਹੁੰਦਾ ਇੱਥੇ, ਤੇ ਇਹ ਘਰ ਦੇ ਅੰਦਰ ਇੰਨੀ ਕੌਮ ਇਕੱਠੀ ਹੋਈ ਹੈ, ਵਾਰੇ ਨਿਆਰੇ ਹੈ। ਆਪਣੇ ਗੁਰਾਂ ਦਾ ਇਤਿਹਾਸਿਕ ਦਿਹਾੜਾ ਹੋਵੇ, ਆਪਣੀ ਕੌਮ ਦਾ ਧਰਮ ਦਾ ਇਤਿਹਾਸਿਕ ਦਿਹਾੜਾ ਹੋਵੇ, ਤੇ ਰੰਗ ਰੋਗਨ ਇਹ ਹੋਣ, ਕਿਆ ਹੀ ਬਾਤਾਂ ਹੈ। ਦੇਖੋ ਦੂਜਿਆਂ ਦੇ ਵੱਲ, ਸਮਝੋ ਦੂਜਿਆਂ ਵੱਲ ਦੇਖ ਕੇ, ਗਿਆਨ ਲਵੋ ਦੂਜਿਆਂ ਤੋਂ ਕਿ ਦੁਨੀਆਦਾਰੀ ਕਿੱਧਰ ਤੁਰੀ ਹੈ, ਅਸੀਂ ਕਿੱਧਰ ਨੂੰ ਤੁਰੇ ਹਾਂ। ਕਿੱਦਾਂ ਅੱਜ ਵੀ ਉਹ ਕੌਮ ਮਿਟਦੀ ਰੋਸ਼ਨ ਹੋ ਗਈ ਹੈ, ਤੇ ਅਸੀਂ ਜੋ ਪਹਿਲਾਂ ਹੀ ਆਹ ਸਮੇਂ ਤੋਂ ਰੋਸ਼ਨ ਸੀ, ਇਹ ਰੋਸ਼ਨ ਕੌਮ ਮਿਟ ਕਿੱਦਾਂ ਗਈ ਹੈ, ਮਰ ਕਿੱਦਾਂ ਗਈ ਹੈ, ਫਨਾਹ ਕਿੱਦਾਂ ਹੋ ਗਈ ਹੈ। ਦੂਜੇ ਵੱਲ ਦੇਖ ਕੇ ਜਾਣੋ, ਕਮੀ ਤਰੁੱਟੀ ਹੈ। ਹੁਣ ਦੇਖੋ ਨਰਾਤੇ ਆਉਂਦੇ ਨਾ, ਚੇਤੇ ਰਹਿ ਜਾਂਦੇ ਆ। ਆਹ ਹੋਲੀ ਆਉਣ ਵਾਲੀ ਹੈ, ਤੇ ਕਈਆਂ ਹੁਣੇ ਖੁਸ਼ੀਆਂ ਚੜ੍ਹ ਗਈਆਂ। ਸ਼ਹਿਰ 'ਚ ਆਪਾਂ ਜਾਂਦੇ ਨਾ ਕੰਮ ਕਰਨ, ਜੋ ਸਾਡੇ ਨਾਲ ਭਾਈ ਹੁੰਦੇ ਆ, ਬੜੀ ਖੁਸ਼ੀ ਕਰਦੇ ਵੀ ਹੋਲੀ ਆਉਣ ਵਾਲੀ ਹੈ। ਇਹ ਠੀਕ ਹੈ, ਮੁਬਾਰਕ ਹੈ ਭਾਈ। ਦੁਸਹਿਰੇ ਚੇਤੇ ਰਹਿ ਜਾਂਦੇ ਹੈ, ਦੀਵਾਲੀਆਂ ਚੇਤੇ ਰਹਿ ਜਾਂਦੀਆਂ, ਤੇ ਹੋਲੀਆਂ ਚੇਤੇ ਰਹਿ, ਨਵਰਾਤੇ ਚੇਤੇ ਰਹਿ ਜਾਂਦੇ ਆ। ਜਦ ਕਿ ਉਹਨਾਂ ਤਿਉਹਾਰਾਂ ਦੇ ਨਾਲ ਸਾਡੇ ਸੂਰਬੀਰਾਂ ਦੇ ਕਤਲ ਜੁੜੇ ਆ। ਧਿਆਨ ਦਿਓ, ਦੀਵਾਲੀ ਨਾਲ, ਦੁਸਹਿਰੇ ਨਾਲ, ਹੋਲੀ ਨਾਲ ਸਾਡੇ ਜੋ ਸਮਾਜ ਦੇ ਸੂਰਬੀਰ ਯੋਧੇ ਸੀ ਨਾ, ਉਹਨਾਂ ਦੇ ਨਾਲ ਕਤਲ ਜੁੜੇ ਆ, ਖੂਨ ਜੁੜੇ ਆ, ਤੇ ਉਹ ਸਾਨੂੰ ਲੈ ਜਾਂਦੇ ਚੇਤੇ। ਉਦੋਂ ਆਪਾਂ ਕਰਦੇ ਮੌਜ ਮਸਤੀਆਂ, ਖਾਣੇ ਮਠਿਆਈਆਂ, ਕਿਆ ਹੀ ਬਾਤਾਂ। ਤੇ ਜਦੋਂ ਆਪਣੀ ਕੌਮ ਦਾ ਕੋਈ ਇਤਿਹਾਸਕ ਦਿਨ ਆਉਂਦਾ ਹੈ, ਆਪਣੇ ਰਹਿਬਰਾਂ ਦਾ, ਗੁਰੂਆਂ ਦਾ, ਪੀਰਾਂ ਦਾ ਕੋਈ ਦਿਹਾੜਾ ਆਉਂਦਾ ਹੈ, ਉਹ ਸਾਨੂੰ ਚੇਤੇ ਨਹੀਂ ਰਹਿੰਦਾ। ਹੁਣ ਸਤਿਗੁਰੂ ਰਵਿਦਾਸ ਮਹਾਰਾਜ ਜੀ ਹੋਏ, ਆਪਣਾ ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ, ਕਿਹੜੀ ਤਰੀਕ ਆ ਰਿਹਾ, ਕੋਈ ਚੇਤਾ ਹੈ ਆਪਾਂ ਨੂੰ ਕਿਸੇ ਨੂੰ?
ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ। ਕਿਹੜੀ ਤਰੀਕ ਹੈ ਉਹ? ਕਿਹੜੀ ਹੈ? 14 ਫਰਵਰੀ। ਮੁਬਾਰਕ ਹੈ। 14 ਫਰਵਰੀ ਗੁਰੂ ਰਵਿਦਾਸ ਮਹਾਰਾਜ ਦਾ ਦਿਹਾੜਾ ਆ ਰਿਹਾ ਹੈ। ਸਾਡੇ ਸਮਾਜ ਦੇ ਸੂਰਜ ਹੋਏ ਭਾਈ, ਗਿਆਨ ਦੇ ਸੂਰਜ ਹੋਏ। ਚੰਦਰਮਾ ਤੋਂ ਉੱਪਰ, ਤਾਰਿਆਂ ਤੋਂ ਕਿਤੇ ਉੱਪਰ ਹੈ। ਉਹ ਰੱਬ ਹੀ ਹੋ ਗਏ, ਭਗਵਾਨ ਹੀ ਹੋ ਗਏ। ਅਦਬ ਹੋਵੇ, ਸਤਿਕਾਰ ਹੋਵੇ, ਚੇਤਾ ਹੋਵੇ ਆਪਣੇ ਰਹਿਬਰਾਂ ਦਾ, ਸੰਤਾਂ ਫਕੀਰਾਂ ਦਾ ਕਿ ਉਹਨਾਂ ਨੇ ਕਰਨੇ ਕੀ ਕੀਤੀ ਹੈ ਭਾਈ। ਸੋ ਅੱਜ ਇਤਿਹਾਸਕ ਦਿਹਾੜਾ ਹੈ। ਇਹਨੇ 10 ਫਰਵਰੀ ਦਿਨ ਹੈ ਪਿਆਰਾ। ਇਹ ਕੌਮ ਦੀਆਂ ਜਿੱਤਾਂ ਦਾ ਦਿਨ, ਨਾਲ ਸੰਘਰਸ਼ ਹਾਸਲ ਹੋਇਆ ਕੌਮ ਦੀਆਂ ਹਿੱਤਾਂ ਦਾ ਦਿਨ। ਇਤਿਹਾਸਕ ਦਿਹਾੜਾ ਕਿੱਦਾਂ ਹੈ ਕਿ ਕੌਮ ਨੂੰ ਇਤਿਹਾਸ ਵੀ ਬਹੁਤ ਜ਼ਰੂਰੀ ਹੈ। ਸਮਾਂ ਆਪਣੇ ਕੋਲ ਥੋੜਾ ਹੈ ਤੇ ਕਥਾ ਕਹਾਣੀ ਬਹੁਤ ਲੰਬੀ ਹੈ, ਬੜੀ ਗਹਿਰੀ ਹੈ ਕਿ ਕੌਮ ਦਾ ਜਦ ਇਤਿਹਾਸ ਨਾਲ ਰਹਿ ਜੇ ਮਰਦੀ ਮਰ ਜਾਂਦੀ ਹੈ। ਕੋਲ ਜਦ ਇਤਿਹਾਸ ਕੌਮ ਦਾ ਖੂਨ ਦੇ ਸਾਗਰ ਤਰ ਜਾਂਦੀ ਹੈ। ਸੋ ਇਤਿਹਾਸਕ ਜ਼ਰੂਰੀ ਹੈ। ਸੋ ਇਤਿਹਾਸਕ ਦਿਹਾੜਾ ਕਿੱਦਾਂ ਹੋਇਆ ਹੈ, ਕਿਹੜੀ ਘਾਲਣਾ ਘਾਲੀ ਹੈ ਗੁਰੂਆਂ ਨੇ। ਹੁਣ ਹਰ ਕੌਮ ਦਾ ਦੇਖੋ ਧਰਮ ਸਥਾਨ ਹੈ, ਜਾਂਦੇ ਆ, ਸੀਸ ਨਿਭਾਉਂਦੇ ਹੈ ਆਪਣੇ ਆਪਣੇ ਧਰਮ ਸਥਾਨ ਤੇ। ਉਹਨਾਂ ਨੂੰ ਮਾਣ ਹੈ, ਸਨਮਾਨ ਹੈ, ਅਦਬ ਹੈ। ਘਰ ਹੈ ਉਹਨਾਂ ਦਾ, ਦਿਨ ਜਾਓ ਰਾਤ ਜਾਓ। ਤੇ ਸਮਾਂ ਸੀ ਸਾਡੀ ਕੌਮ ਦਾ ਕੋਈ ਘਰ ਹੀ ਹੈ ਨਹੀਂ ਸੀ, ਕੋਈ ਧਰਮ ਸਥਾਨ ਹੀ ਹੈ ਨਹੀਂ ਸੀ। ਧਰਮ ਸਥਾਨ ਤਾਂ ਹੈ ਸੀ, ਸਭ ਤੋਂ ਪਹਿਲਾਂ ਸੀ ਦੁਨੀਆ ਅੰਦਰ, ਪਰ ਮਿਟ ਗਿਆ ਹੈ। ਜ਼ੁਲਮ ਥੱਲੇ ਦੱਬਿਆ ਗਿਆ ਹੈ, ਅਤਿਆਚਾਰ ਥੱਲੇ ਦੱਬਿਆ ਗਿਆ। ਸੋ ਉਸ ਦਰਗਾਹ, ਉਸ ਘਰ ਨੂੰ ਰੋਸ਼ਨ ਕੀਤਾ ਹੈ, ਧਰਮ ਸਥਾਨ ਰੋਸ਼ਨ ਕੀਤਾ ਆਦਿ ਪੁਰਖ ਦਾ, ਉਹ ਆਦਿ ਕਵੀ ਦਾ, ਸਤਿਗੁਰੂ ਗਿਆਨਨਾਥ ਮਹਾਰਾਜ ਜੀ ਨੇ। ਸੋ ਗੁਰੂ ਗਿਆਨਨਾਥ ਮਹਾਰਾਜ ਜੀ ਵਾਲਮੀਕ ਆਸ਼ਰਮ ਪਹੁੰਚੇ, ਜੋ ਸਾਡੀ ਕੌਮ ਦਾ ਕੌਮੀ ਧਰਮ ਸਥਾਨ ਹੈ, ਮਾਣ ਹੈ। ਸੋ ਗੁਰੂ ਗਿਆਨਨਾਥ ਮਹਾਰਾਜ ਉੱਤੇ ਪਹੁੰਚੇ, ਸੇਵਾ ਲਈ ਭਗਵਾਨ ਨੇ, ਉਹ ਆਦਿ ਪੁਰਖ ਨੇ, ਵਾਹਿਗੁਰੂ ਨੇ ਕਿ ਜਾਓ ਪਿਆਰਿਓ, ਤੁਹਾਡਾ ਇਹ ਕਰਮ ਹੈ, ਤੁਹਾਨੂੰ ਸੇਵਾ ਦਿੱਤੀ। ਉਹ ਤੀਰਥ ਨੂੰ, ਧਰਮ ਸਥਾਨ ਨੂੰ ਇਨਸਾਨ ਦੀ ਝੋਲੀ ਪਾ ਦਿਓ, ਇਹ ਕੌਮ ਦੀ ਝੋਲੀ ਪਾ ਦਿਓ, ਪ੍ਰਗਟ ਕਰ ਦਿਓ ਦੁਨੀਆ ਅੰਦਰ ਉਹ ਘਰ। ਤੇ ਗੁਰੂ ਗਿਆਨਨਾਥ ਵਾਲ ਹੁਕਮ ਮੰਨ ਕੇ ਰੱਬ ਦਾ, ਵਾਹਿਗੁਰੂ ਦਾ, ਰਾਮ ਦਾ, ਅੱਲਾ ਦਾ ਤੇ ਪਹੁੰਚੇ ਉੱਥੇ। ਤੇ 12 ਸਾਲ ਦੀ ਅਖੰਡ ਸਮਾਧੀ ਕੀਤੀ ਤੇ ਜਹਾਨ ਤੇ ਉਸ ਸਥਾਨ ਨੂੰ ਪ੍ਰਗਟ ਕੀਤਾ। ਮੰਦਿਰ ਬਣਾਇਆ ਉੱਥੇ ਗੁਰੂ ਵਾਲਮੀਕ ਮਹਾਰਾਜ ਜੀ ਦਾ। ਹੁਣ ਮੰਦਿਰ ਤਿਆਰ ਹੋ ਗਿਆ, ਘਰ ਤਿਆਰ ਹੋ ਗਿਆ, ਧੂਪਾਂ ਜਗਣ ਲੱਗ ਪਈਆਂ, ਜੋਤਾਂ ਜਗਣ ਲੱਗ ਪਈਆਂ, ਵਾਰੇ ਨਿਆਰੇ ਹੋ ਗਏ। ਤੇ ਪ੍ਰੋਤਵਾਦੀਏ ਉਹਨਾਂ ਕੋਲ ਜਰਨਾ ਹੋਇਆ, ਜਰਨਾ ਹੋਇਆ, ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ। ਹੁਣ ਕਥਾ ਕਹਾਣੀ ਤੇ ਲੰਬੀ ਹੈ। ਹੁਣ ਗੁਰੂ ਮਹਾਰਾਜ ਧਰਮ ਦਾ ਪ੍ਰਚਾਰ ਕਰਨ ਵਾਸਤੇ, ਉਹ ਆਦਿ ਕਵੀ ਦਾ ਪ੍ਰਚਾਰ ਕਰਨ ਵਾਸਤੇ ਦੂਰ ਦੂਰ ਜਾਂਦੇ ਆ। ਤੇ ਉਸ ਸਮੇਂ ਕਲਕੱਤੇ ਸ਼ਹਿਰ ਵਿੱਚ ਹੈ ਗੁਰੂ ਗਿਆਨਨਾਥ ਮਹਾਰਾਜ। ਕਲਕੱਤੇ ਸ਼ਹਿਰ 'ਚ ਵਿਰਾਜਮਾਨ ਹੈ, ਸੰਗਤ ਅੰਦਰ ਵਿਰਾਜਮਾਨ ਹੈ। ਅੰਮ੍ਰਿਤ ਵੇਲੇ ਬੰਦਗੀ ਕੀਤੀ ਹੈ, ਸਿਮਰਨਾ ਕੀਤਾ ਰੱਬ ਦਾ। ਬੰਦਗੀ ਅੰਦਰ ਸਾਰਾ ਦ੍ਰਿਸ਼ ਸਾਹਮਣੇ ਆਇਆ ਉਹਨਾਂ ਦੇ ਕਿ ਆਪਣੇ ਘਰ ਦੇ ਅੰਦਰ, ਆਪਣੇ ਧਰਮ ਸਥਾਨ ਦੇ ਉੱਪਰ ਕੀ ਹੋ ਰਿਹਾ। ਕਹਿੰਦੇ ਉਹ ਸਾਰਾ ਦ੍ਰਿਸ਼ ਅੱਖਾਂ ਸਾਹਮਣੇ ਆਇਆ। ਤੇ ਪਹੁੰਚੇ ਫਿਰ ਉੱਥੇ ਕਿ ਚੱਲ ਪੂਰਨਾ, ਸਾਨੂੰ ਆਹ ਤਸਵੀਰਾਂ ਨਜ਼ਰ ਆਈਆਂ। ਕਬਜ਼ਾ ਕਰ ਲਿਆ ਪ੍ਰੋਤਵਾਦੀਆਂ ਨੇ, ਸਾਰਾ ਮਾਲ ਇਕੱਠਾ ਕਰ ਲਿਆ ਹੈ। ਕੋਈ ਸਮੇਂ ਦੀ ਸਰਕਾਰ ਹੈ, ਉਹ ਵੀ ਉਹਨਾਂ ਦੇ ਨਾਲ ਰਲ ਬੈਠੀ ਹੈ। ਹੁਣ ਸਰਕਾਰ ਦੇ ਨਾਲ ਮੱਥਾ ਲਾਉਣ ਦਾ ਕੰਮ ਆ ਗਿਆ। ਹੁਣ ਸਰਕਾਰਾਂ ਦੇ ਨਾਲ, ਹੁਕੂਮਤ ਦੇ ਨਾਲ ਮੱਥਾ ਲਾਉਣਾ ਕੋਈ ਸੌਖਾ ਕੰਮ ਥੋੜ੍ਹੀ ਹੈ। ਇੰਦਰਾ ਗਾਂਧੀ ਦਾ ਤਾਂ ਰਾਜ ਸੀ, ਕਾਂਗਰਸ ਦਾ ਰਾਜ ਸੀ। ਤੇ ਸਮੇਂ ਦੀ ਸਰਕਾਰ ਦੇ ਨਾਲ, ਸਮੇਂ ਦੀ ਹੁਕੂਮਤ ਦੇ ਨਾਲ ਮੱਥਾ ਲਾਉਣਾ ਕੋਈ ਸੌਖੀ ਗੱਲ ਨਹੀਂ, ਬੱਚਿਆਂ ਦੀ ਖੇਡ ਨਹੀਂ ਹੈ। ਸੋ ਸਮੇਂ ਦੀ ਸਰਕਾਰ ਵੀ ਉਹਨਾਂ ਨਾਲ ਰਲ ਗਈ, ਕਬਜ਼ਾ ਕਰ ਲਿਆ ਉਹ ਘਰ ਦੇ ਅੰਦਰ, ਕਬਜ਼ਾ ਕਰ ਲਿਆ। ਤਾਂ ਹੁਣ ਗੁਰੂ ਗਿਆਨਨਾਥ ਮਹਾਰਾਜ ਜੀ ਹੱਕ ਸਾਤੇ ਲੜੇ ਹੈ, ਭਾਈ ਸਾਡਾ ਘਰ ਹੈ, ਸਾਨੂੰ ਘਰ ਦਿਓ, ਪੂਜਾ ਬੰਦਗੀ ਕਰਨ ਸਾਨੂੰ ਹੱਕ ਹੈ, ਸਾਨੂੰ ਹੱਕ ਦਿਓ। ਪਰ ਕੀਤਾ ਕੀ ਹੈ,
ਉਹਨਾਂ ਪੁਲਿਸ ਮਹਿਕਮੇ ਵੀ ਚੱਕ ਕੇ ਉਹਨਾਂ ਨੂੰ ਜੇਲ੍ਹ ਹੀ ਬੰਦ ਕਰ ਦਿੱਤਾ, ਅਤਿਆਚਾਰ ਕੀਤੇ। ਤੇ ਸਰਦੀਆਂ ਦਾ ਮਹੀਨਾ ਹੈ, ਦਸੰਬਰ ਨਵੰਬਰ ਮਹੀਨਾ ਹੈ, ਕੜਾਕੇ ਦੀ ਠੰਡ ਹੈ, ਤੇ ਨੰਗੇ ਪਿੰਡੀ ਗੁਰੂ ਮਹਾਰਾਜ ਬੈਠੇ ਹੈ ਹੱਕ ਲੈਣ ਵਾਸਤੇ, ਸੱਚ ਲੈਣ ਵਾਸਤੇ, ਆਪਣਾ ਘਰ ਲੈਣ ਵਾਸਤੇ, ਜਿਹੜਾ ਪ੍ਰਗਟ ਕੀਤਾ ਭਗਤੀ ਦੇ ਨਾਲ। ਕਬਜ਼ੇ ਥੱਲੇ ਹੋ ਗਿਆ ਘਰ। ਸਮਾਂ ਥੋੜਾ ਹੈ। ਹੁਣ ਦੇਖੋ ਗੁਰੂਆਂ ਨੇ ਮਹਾਨ ਘਾਲਣਾ ਘਾਲੀ, ਨੰਗੇ ਪਿੰਡੀ ਭਰ ਸਰਦੀ 'ਚ ਬੈਠੇ, ਭਾਈ ਸੱਚ ਲੈ ਕੇ ਜਾਣਾ ਹੈ, ਆਪਣਾ ਹੱਕ ਲੈ ਕੇ ਜਾਣਾ ਹੈ, ਆਪਣਾ ਘਰ ਲੈ ਕੇ ਜਾਣਾ ਹੈ। ਚੋਰੀ ਤਾਂ ਆਪਾਂ ਕੋਈ ਕਰਦੇ ਨਹੀਂ, ਆਪਣਾ ਹੱਕ ਹੈ, ਮੰਗਦੇ ਹੱਕ ਦਿਓ ਸਾਨੂੰ, ਸਾਡਾ ਘਰ ਹੈ, ਘਰ ਦਿਓ ਸਾਨੂੰ। ਹਰੇਕ ਸਮਾਜ ਦਾ ਆਪਣਾ ਆਪਣਾ ਧਰਮ ਸਥਾਨ ਹੈ, ਮੁਬਾਰਕ ਹੈ, ਸਾਨੂੰ ਵੀ ਆਪਣਾ ਧਰਮ ਸਥਾਨ ਦਿਓ ਭਾਈ। ਜੁਰਮ ਕਦਾ, ਅਤਿਆਚਾਰ ਕਦਾ, ਕਾਹਤੋਂ ਕਬਜ਼ੇ ਕੀਤੇ ਹੈ? ਤੇ ਸਰਕਾਰ ਵੀ ਨਾ ਮੰਨੀ ਤੇ ਕਬਜ਼ੇ ਕਰਕੇ ਬਹਿ ਗਈ। ਹੁਣ ਗੁਰਾਂ ਦੇ ਦੀਵਾਨੇ, ਗੁਰਾਂ ਸਿੱਖ ਸੇਵਕ 45 ਸਾਧੂ ਉਹ ਵੀ ਨਾਲ ਰਲ ਗਏ, ਕੱਪੜੇ ਲਾ ਕੇ ਬਹਿ ਗਏ ਭਰ ਸਰਦੀ 'ਚ। ਭਾਈ ਹੱਕ ਲੈ ਕੇ ਜਾਣਾ, ਜਾਣ ਜਾਂਦੀ ਤਾਂ ਹੁਣ ਜਾਵੇ, ਜਾਣ ਜਾਂਦੀ ਤਾਂ ਹੁਣ ਜਾਵੇ, ਹੱਕ ਲੈ ਕੇ ਜਾਣਾ ਹੀ ਜਾਣਾ। ਹੁਣ ਦੇਖੋ ਜਦੋਂ ਇੱਕ ਸਮਾਜ ਦੇ ਅੰਦਰ ਗੈਰਤ ਹਵਾ ਹੋ ਜਾਂਦੀ ਹੈ ਨਾ, ਧਿਆਨ ਦਿਓ ਗੱਲ ਤੇ। ਜੇ ਸਮਾਜ ਦੇ ਵਿੱਚੋਂ ਗੈਰਤ, ਅਣਖ, ਗਿਆਨ, ਪ੍ਰੇਮ, ਧਰਮ ਨਾਸ਼ ਹੋ ਜਾਂਦਾ ਹੈ, ਇਹ ਚੀਜ਼ਾਂ ਹਵਾ ਹੋ ਜਾਂਦੀਆਂ ਨੇ, ਉਦੋਂ ਫਿਰ ਪ੍ਰਮਾਤਮਾ ਆਪ ਭੇਜਦਾ ਆਪਣੇ ਰੂਹਾਂ ਨੂੰ ਕਿ ਜਾਓ ਭਾਈ, ਆ ਪਾਪ ਹੋਇਆ, ਗੁਨਾਹ ਹੋ ਗਿਆ, ਜਾ ਕੇ ਦੁਨੀਆ ਨੂੰ ਸੁੱਖ ਦਿਓ। ਧਰਮ ਖਤਮ ਹੋ ਰਿਹਾ ਹੈ, ਭਾਈਚਾਰਾ ਖਤਮ ਹੋ ਰਿਹਾ ਹੈ, ਗੈਰਤ ਅਣਖ ਖਤਮ ਹੋ ਰਹੀ ਹੈ। ਜਾਓ ਜਾ ਕੇ ਗੈਰਤ ਅਣਖ ਦਾ ਜਾਗ ਲਗਾ ਦਿਓ ਜਾ ਕੇ। ਜੋ ਕੌਮਾਂ ਵਿੱਚੋਂ ਗੈਰਤ ਉੱਠਦੀ ਹੈ, ਅਣਖ ਉੱਠ ਜਾਂਦੀ ਹੈ ਨਾ, ਫਿਰ ਸੰਤ ਰੈਵਰ ਆਪਣਾ ਲਹੂ ਬਹਾ ਕੇ ਕੁਰਬਾਨੀ ਦੇ ਕੇ ਗੈਰਤ ਨੂੰ ਮੁੜ ਕੇ ਜਨਮ ਦਿੰਦੀ ਹੈ, ਅਣਖ ਨੂੰ ਮੁੜ ਕੇ ਜਨਮ ਦਿੰਦੀ ਹੈ। ਸੰਤਾਂ ਦੀ ਕੁਰਬਾਨੀ, ਭਗਤਾਂ ਦੀ ਕੁਰਬਾਨੀ, ਸੰਤ ਦਾ ਡੁੱਲਿਆ ਹੋਇਆ ਖੂਨ ਮੁੜ ਗੈਰਤ ਨੂੰ, ਅਣਖ ਨੂੰ, ਪ੍ਰੇਮ ਨੂੰ, ਸਾਂਝੀ ਵਾਰਤਾ ਨੂੰ ਜਨਮ ਦਿੰਦਾ ਹੈ। ਸੋ ਜਾਗ ਲਗਾਇਆ ਹੈ ਕਿ ਸੁੱਤੀ ਕੌਮ ਜਗਾ ਕੇ ਸਤਿਗੁਰੂ ਬਣ ਕੇ ਜੀਵਨ ਦਾਨੀ, ਤੀਰਥ ਕਾਤਰ ਕਰ ਗਏ ਗੁਰੂ ਗਿਆਨਨਾਥ ਕੁਰਬਾਨੀ। ਸਭ ਨੇ ਜੀਵਨ ਨੂੰ ਕੁਰਬਾਨ ਕਰਕੇ ਗੈਰਤ ਪ੍ਰਗਟ ਕੀਤੀ ਹੈ, ਅਣਖ ਪ੍ਰਗਟ ਕੀਤੀ ਹੈ, ਪ੍ਰੇਮ ਪ੍ਰਗਟ ਕੀਤਾ ਹੈ, ਉਹ ਸੱਚ ਧਰਮ ਪ੍ਰਗਟ ਕੀਤਾ ਹੈ, ਤੇ ਆਪਣਾ ਘਰ ਪ੍ਰਗਟ ਕੀਤਾ ਹੈ, ਸੋ ਰੱਬ ਦਾ ਨਾਮ ਪ੍ਰਗਟ ਕੀਤਾ ਹੈ। ਜਿਹੜੇ ਨਾਮ ਨੂੰ ਲੋਕੀ ਮਿਟਾਉਣ ਤੁਰੇ ਸੀ, ਜਿਹੜੀ ਜੋਤ ਨੂੰ ਲੋਕੀ ਮਿਟਾਉਣ ਤੁਰੇ ਸੀ, ਜੋਤ ਨੂੰ ਮੁੜ ਕੇ ਰੋਸ਼ਨ ਕੀਤਾ ਗੁਰੂ ਗਿਆਨਨਾਥ ਮਹਾਰਾਜ ਜੀ ਨੇ। ਕਿ ਸੁੱਤੀ ਕੌਮ ਜਗਾ ਗਏ ਸਤਿਗੁਰੂ ਬਣ ਕੇ ਜੀਵਨ ਦਾਨੀ, ਤੀਰਥ ਕਾਤਰ ਗੁਰੂ ਗਿਆਨਨਾਥ ਕਰ ਗਏ ਕੁਰਬਾਨੀ। ਸਮਾਂ ਲੰਬਾ ਹੋ ਰਿਹਾ ਹੈ, ਗੱਲ ਖਤਮ ਕਰੀਏ, ਵਿਸ਼ਰਾਮ ਲਈਏ ਕਿ 81 ਦਿਨ ਗੁਰੂ ਮਹਾਰਾਜ ਜੇਲ੍ਹ 'ਚ ਬੰਦੀ ਖਾਨੇ ਰਹੇ ਪਏ। 81 ਦਿਨ ਭੁੱਖੇ ਪਿਆਸੇ, ਤੇ ਨਾਲ 45 ਸਾਧੂ ਜਨ ਜੇਲ੍ਹ 'ਚ ਕੀਤੇ ਬੰਦ। ਹੁਣ ਗੁਰਾਂ ਨੇ ਕੀਤਾ ਕੀ ਹੈ, ਜੇਲ੍ਹ ਨੂੰ ਕਰ ਦਿੱਤਾ ਹੈ ਮੰਦਿਰ ਬਣਾ ਦਿੱਤਾ, ਰੱਬ ਦਾ ਘਰ ਬਣਾ ਦਿੱਤਾ ਹੈ। ਉੱਥੇ ਬੰਦਗੀ ਕਰਕੇ, ਤਪ ਕਰਕੇ, ਸਤਸੰਗ ਸੋਹਲੇ ਗਾ ਕੇ ਰੱਬ ਦੇ, ਰਾਤ ਨੂੰ ਅੰਦਰ ਸਤਸੰਗ ਹੁੰਦਾ ਹੈ ਤੇ ਦਿਨ ਨੂੰ ਬਾਹਰ ਮੈਦਾਨਾਂ ਸਤਸੰਗ ਹੁੰਦਾ ਹੈ। ਮਹਾਰਾਮਾਇਣ ਦੀ ਬਾਣੀ ਗਾਈ ਜਾਂਦੀ ਹੈ, ਵਾਦ ਕਵੀ ਦੇ ਨਾਮ ਦੀ ਸਿਫਤਾਂ ਹੁੰਦੀ ਹੈ। ਇਹੋ ਜਿਹੇ ਗੁਰੂਆਂ ਨੇ ਜੇਲ੍ਹ ਦੇ ਅੰਦਰ ਕਿਰਪਾ ਕੀਤੀ। ਜੇਲ੍ਹ ਦੇ ਜਿੰਨੇ ਕੈਦੀ ਸਨ ਉਹ ਵੀ ਨਾਮ ਦੇ ਰੰਗ ਵਿੱਚ ਰੰਗੜੇ ਕਰ ਦਿੱਤੇ, ਸ਼ਬਦ ਧਾਰੀ ਕਰ ਦਿੱਤੇ। ਵੀ ਆਪਾਂ ਗੁਨਾਹ ਤਾਂ ਉਹਨਾਂ ਨੇ ਮੁਕਤ ਕਰ ਦਿੱਤਾ। ਮੇਰੇ ਗੁਰਾਂ ਨੇ ਜੇਲ੍ਹ 'ਚ ਇਹ ਕਰਮ ਕਮਾਇਆ, ਰੱਬੀ ਸਤਸੰਗ ਕਮਾਇਆ, ਰੱਬੀ ਸੋਹਲੇ ਕਮਾਏ, ਇਹ ਨਾਮ 'ਚ ਪਾਇਆ। ਹੁਣ ਵਿਚਾਰ ਕਰੀਏ ਨਾ, ਤਾਂ ਬੰਦਾ ਵੀ ਅੱਜ ਬੰਦੀ ਹੈ, ਜੇਲ੍ਹ ਖਾਨੇ 'ਚ ਹੀ ਹੈ ਇੱਕ ਬੰਦਾ, ਤੇ ਜੇਲ੍ਹ ਖਾਨੇ ਛਡਾਉਣ ਵਾਲਾ ਬੰਦੀ ਛੋੜ ਉਹ ਸਤਿਗੁਰੂ ਹੈ। ਬੰਦੇ ਨੂੰ ਬੰਧਨ ਕਿਹੜੇ ਹੈ, ਕਿਹੜਾ ਬੰਧਨਾਂ ਵਿੱਚ
ਬੰਦਾ ਬੱਝਿਆ ਹੋਇਆ ਹੈ, ਉਹ ਕਾਮ ਕ੍ਰੋਧ ਲੋਭ ਹੰਕਾਰ, ਇਹ ਵੰਡ ਵਿਤਕਰੀ ਊਚ ਨੀਚ, ਇਹ ਨਫ਼ਰਤ ਕਰਨਾ, ਇਹ ਬੰਦੇ ਵਾਸਤੇ ਬੰਦ ਨਹੀਂ ਹੈ, ਇਹ ਜੇਲ੍ਹ ਖਾਨਾ ਹੀ ਹੈ। ਬੰਦਾ ਨਾ ਜੇਲ੍ਹਾਂ ਵਿੱਚ ਗੁੰਮ ਹੈ, ਸਜ਼ਾ ਭੁਗਤ ਰਿਹਾ ਹੈ। ਅੱਜ ਦਾ ਬੰਦਾ ਨਾ ਜੇਲ੍ਹ ਵਿੱਚ ਹੀ ਹੈ। ਉਹ ਜੇਲ੍ਹ ਤੋਂ ਮੁਕਤ ਕੀਤਾ ਸੀ ਗੁਰੂਆਂ ਨੇ, ਤੇ ਆਹ ਜੇਲ੍ਹ ਨਫ਼ਰਤ ਵਾਲਾ, ਘਰਨਾ ਵਾਲਾ, ਊਚ ਨੀਚ, ਤਰਾਈਆਂ ਵਾਲਾ, ਇਹ ਵੀ ਜੇਲ੍ਹ ਹੀ ਇੱਕ। ਇਹਨਾਂ ਜੇਲ੍ਹਾਂ ਤੋਂ ਮੁਕਤ ਕਰਦਾ ਹੈ ਸਤਿਗੁਰ ਦਾ ਜਾਪ, ਉਹ ਰੱਬ ਦਾ ਜਾਪ। ਸੋ ਇਹ ਜੇਲ੍ਹ ਤੋਂ ਭਾਈ ਮੁਕਤ ਹੋਵੋ। ਬੰਦੀ ਛੋੜ ਖਵਾਓ, ਸਤਿਗੁਰ ਬੰਦੀ ਛੋੜ ਖਵਾਏ ਹੈ, ਆਪ ਵੀ ਛੁੱਟੇ ਹੈ ਤੇ ਜੀਵਨ ਨੂੰ ਵੀ ਛੁਡਾਉਣਾ ਕਰ ਲਿਆ ਇਹ ਜੇਲ੍ਹ ਖਾਲਿਆਂ ਵਿੱਚੋਂ। ਸੋ 81 ਦਿਨ ਗੁਰੂ ਜੇਲ੍ਹ 'ਚ ਰਹੇ, ਨਾਮ ਜਪਿਆ, ਨਾਮ ਜਪਾਇਆ, ਤੇ ਸ਼ਕਤੀਆਂ ਕੋਲ ਸੀ, ਭਗਤੀਆਂ ਕੋਲ ਸੀ, ਪਰ ਸ਼ਕਤੀਆਂ ਨਹੀਂ ਦਿਖਾਈਆਂ। ਸ਼ਕਤੀਆਂ ਦਿਖਾਈਆਂ ਵੀ ਜਦੋਂ ਲੋੜ ਪਈ ਹੈ, ਹੱਦੋਂ ਵੱਧ ਜਦੋਂ ਹੋ ਗਈ ਹੈ, ਉਹ ਸ਼ਕਤੀਆਂ ਭਗਤੀਆਂ ਵੀ ਦਿਖਾਈਆਂ ਗੁਰੂਆਂ ਨੇ। ਕੋਈ ਜੀਵ ਹੁੰਦੇ ਜੋ ਗਿਆਨ ਦੀ ਗੱਲ ਨਹੀਂ ਸਮਝਦੇ, ਪ੍ਰੇਮ ਦੀ ਗੱਲ ਨਹੀਂ ਸਮਝਦੇ, ਲੱਤਾਂ ਸਮਝਦੇ ਆ, ਡਾਂਗਾਂ ਦੀ ਬੋਲੀ ਸਮਝਦੇ ਆ। ਗੁਰੂਆਂ ਨੇ ਸ਼ਕਤੀਆਂ ਵੀ ਦਿਖਾਈਆਂ, ਭਗਤੀਆਂ ਵੀ ਦਿਖਾਈਆਂ, ਫਿਰ ਜਾ ਕੇ ਅੱਖਾਂ ਖੁੱਲੀਆਂ ਸਰਕਾਰ ਦੀਆਂ। ਫਿਰ ਇੰਦਰਾ ਗਾਂਧੀ ਨੇ ਆਪ ਭੇਜੇ ਹੈ ਜਾਸੂਸ, CID, ਜਾਓ ਭਾਈ ਪੁੱਛ ਪੜਤਾਲ ਕਰੋ। ਸੰਗਤ ਇੱਕ ਤੇ ਇਹ ਸੰਗਤ ਰੱਬ ਦੀ, ਰੱਬ ਦੇ ਪਿਆਰੇ, ਕਿਤੇ ਦੇਸ਼ ਨੂੰ ਸ਼ਰਾਬ ਨਾ ਦੇ ਦੇਣ। ਜਾਓ ਜਾ ਕੇ ਪੁੱਛ ਪੜਤਾਲ ਕਰੋ, ਸੱਚ ਕੀ ਹੈ, ਝੂਠ ਕੀ ਹੈ। ਜਾਣ ਪਛਾਣ ਹੋਈ ਹੈ, ਜੋ CID ਸੀ ਨਾ, ਪੁਲਿਸ ਮਹਿਕਮਾ CID, ਉਹ ਭੇਸ ਬਦਲ ਕੇ ਨਾ ਬ੍ਰਾਹਮਣਾਂ ਵਿੱਚ ਗਏ ਹੈ। ਬ੍ਰਾਹਮਣਾਂ ਨੂੰ ਬ੍ਰਾਹਮਣ ਬਣ ਗਏ ਹੈ, ਤਾਂ ਆਦਿਵਾਸੀਆਂ ਨੂੰ ਉਹ ਆਦਿਵਾਸੀ ਬਣ ਗਏ ਹੈ। ਹੁਣ ਜਾਣ ਪਛਾਣ ਕਰਦੇ ਆ ਕਿਹੜਾ ਸੱਚਾ ਕਿਹੜਾ ਝੂਠਾ। ਕੋਈ ਪੜਤਾਲ ਕੀ ਹੋਈ, CBI ਨੇ ਪੱਤਰ ਭੇਜੇ ਇੰਦਰਾ ਗਾਂਧੀ ਨੂੰ, ਕਹਾ ਜੀ ਗੱਲ ਇੱਦਾਂ ਹੈ, ਅੱਜ ਬ੍ਰਾਹਮਣਵਾਦ ਹੈ ਨਾ, ਇਹ ਗੁਨੇਗਾਰ ਹੈ, ਪਾਪੀ ਹੈ, ਇਹ ਕਬਜ਼ਾ ਕਰਕੇ ਬੈਠੇ ਹੈ, ਝੂਠੇ ਹੈ ਭਾਈ। CBI ਨੇ ਖੋਜ ਕੱਢੀ, ਜੋ ਸੰਤ ਹੈ, ਜੋ ਰਹਿਬਰ ਹੈ, ਜੋ ਆਦਿਵਾਸੀ ਇਸ ਜਹਾਨ ਦੇ ਮਾਲਕ ਹੈ, ਭਾਰਤ ਦੇਸ਼ ਦੇ ਮਾਲਕ ਹੈ, ਇਹ ਕਹਿੰਦੇ ਸੱਚੇ ਹੈ, ਇਹਨੂੰ ਹੱਕ ਦਿਓ ਭਾਈ, ਇਹਨਾਂ ਦਾ ਹੱਕ ਬਣਦਾ ਹੈ। ਫਿਰ ਇੰਦਰਾ ਗਾਂਧੀ ਉੱਧਰੋਂ ਸੰਦੇਸ਼ੇ ਭੇਜੇ, ਖਾਂ ਵੀ ਸੰਤਾਂ ਨੂੰ ਰਿਹਾ ਕਰੋ, ਮਾਣ ਸਨਮਾਨ ਦਿਓ, ਅਦਬ ਦੇ ਨਾਲ ਰਿਹਾ ਕਰੋ, ਤੇ ਇਹਨਾਂ ਨੂੰ ਬਣਦਾ ਜੋ ਹੱਕ ਦਿਓ, ਧਰਮ ਸਥਾਨ ਦਿਓ। ਸੋ 81 ਦਿਨ ਰਹਿ ਕੇ, ਦੁੱਖ ਸਹਿ ਕੇ ਸਾਨੂੰ ਘਰ ਦਿੱਤਾ, ਸਾਨੂੰ ਧਰਮ ਸਥਾਨ ਦਿੱਤਾ ਹੈ। ਜੇ ਗੁਰੂ ਗਿਆਨਤ ਮਹਾਰਾਜ ਜੀ ਕਰਨੀ ਨਾ ਕਰਦੇ, ਕੁਰਬਾਨੀ ਨਾ ਦਿੰਦੇ, ਨਾ ਡਾਂਗਾ ਸੁੱਟੇ ਖਾਂਦੇ, ਨਾ ਗਲਾਂ 'ਚ ਸੰਗਲ ਪਾਉਂਦੇ, ਨਾ ਭੁੱਖੇ ਪਿਆਸੇ ਰਹਿੰਦੇ, ਨਾ ਭਗਤੀ ਕਰਦੇ, ਅੱਜ ਡੰਗਰਾਂ ਦੇ ਵਾਂਗ ਸਾਨੂੰ ਤੋਂ ਧਰਕਾਰਾਂ ਪੈਣੀਆਂ ਸੀ। ਤਾਂ ਪਹਿਲਾਂ ਪੈਂਦੀਆਂ ਸੀ ਨਾ, ਡੰਗਰਾਂ ਵਾਂਗੂ ਦੂਰੋਂ ਧਰਕਾਰਾਂ ਪੈ ਜਾਣੀਆਂ, ਜਾਓ ਕੋਈ ਦੌੜੋ ਇੱਥੋਂ। ਅੱਜ ਕੋਈ ਦਿਨ ਜਾਵੇ, ਰਾਤ ਜਾਵੇ, ਮੁਬਾਰਕ ਜੋ ਮਰਜ਼ੀ ਉੱਥੇ ਕਰੇ, ਜਾ ਕੇ ਨਲਾਵੇ, ਇਸ਼ਨਾਨ ਕਰੇ, ਕੁਝ ਵੀ ਕਰਨਾ ਕਰੇ ਉੱਥੇ ਜਾ ਕੇ। ਇਹ ਹੱਕ ਲੱਗ ਦਿੱਤਾ ਹੈ ਗੁਰੂ ਗਿਆਨਤ ਮਹਾਰਾਜ ਜੀ ਨੇ। ਸੋ ਇਹ ਇਤਿਹਾਸਕ ਤੱਤ ਹੈ, ਇਹ ਇਤਿਹਾਸਕ ਕਹਾਣੀ, ਇਹ ਇਤਿਹਾਸ ਗੁਰੂਆਂ ਨੇ ਰਚਾਇਆ ਕਿ ਸਾਡੀ ਖਾਤਰ, ਕੌਮ ਦੀ ਖਾਤਰ ਆਪ ਦੁੱਖਾਂ ਨੂੰ ਝੋਲੀ ਪਾਇਆ, ਤੇ ਸਾਨੂੰ ਧਰਮ ਅਸਥਾਨ ਲੈ ਕੇ, ਤੇ ਸਾਨੂੰ ਸਾਡਾ ਘਰ ਲੈ ਕੇ ਦਿੱਤਾ। ਸੋ ਇੱਥੇ ਗੁਰੂ ਗਿਆਨਤ ਮਹਾਰਾਜ ਸ਼ਬਦ ਲੈਂਦੇ ਆ 15 ਮਿੰਟਾਂ ਵਾਸਤੇ, ਕੀ ਸੰਦੇਸ਼ਾ ਦਿੰਦੇ ਅੱਜ ਦੀ ਕੌਮ ਨੂੰ। ਤੇ ਗੁਰੂਆਂ ਦੇ ਬਚਨਾਂ ਨੂੰ ਕਹਿੰਦੇ ਪਕੜੀਏ। ਯੁੱਗਾਂ ਤੋਂ ਪਛਾੜੇ ਹੋਏ ਆਦਿਵਾਸੀ ਸੂਰਬੀਰੋ, ਗੁਰੂ ਗਿਆਨ ਮਹਾਰਾਜ ਸਮਝਾਉਂਦੇ ਹੈ ਕਿ ਯੁੱਗਾਂ ਤੋਂ ਪਛਾੜੇ ਹੋਏ ਆਦਿਵਾਸੀ ਸੂਰਬੀਰੋ। ਆਦਿਵਾਸੀ ਇੱਕ ਆਦਿਵਾਸੀ ਨੂੰ ਕਹਿੰਦੇ ਕਿ ਜੋ ਜੰਗਲਾਂ ਵਿੱਚ ਰਹਿੰਦੇ ਭਾਈ, ਨੰਗ ਤਰੰਗੇ ਰਹਿੰਦੇ ਆ, ਕਹਿੰਦੇ ਆਦਿਵਾਸੀ ਹੈ। ਪਰ ਆਦਿਵਾਸੀ ਭਾਵੇਂ ਜੋ ਆਦਿ ਦੇ ਮਾਲਕ ਹੈ, ਸ਼ੁਰੂਆਤ ਦੇ ਮਾਲਕ ਹੈ, ਤੇ ਭਾਰਤ ਦੇਸ਼ ਦੇ ਪਹਿਲੀ ਸੰਤਾਨ ਜਿਹੜੀ ਹੈ ਉਹਨਾਂ ਦੀ ਗੱਲ ਹੈ। ਭਾਰਤ ਦੇਸ਼ ਦੀ ਪਹਿਲੀ ਸੰਤਾਨ ਹੈ ਨਾ, ਉਹ ਪਹਿਲੀ ਸੰਤਾਨ ਭਾਰਤ ਦੇਸ਼ ਦੀ ਕਿਹੜੀ ਹੈ? ਭਾਰਤ ਦੇਸ਼ ਦੇ ਮਾਲਕ ਕੌਣ ਹੈ? ਉਹ ਹੈ ਆ ਸਮਾਜ, ਜਿਹਨੂੰ ਵਾਲਮੀਕ ਸਮਾਜ ਕਹਿੰਦੇ ਆ, ਦਲਿਤ ਸਮਾਜ ਕਹਿ ਦਿੱਤਾ, ਇੱਦਾਂ ਕਹਿ ਦਿੱਤਾ, ਉੱਦਾਂ ਕਹਿ ਦਿੱਤਾ। ਇਹ ਸਮਾਜ ਭਾਰਤ ਦੇਸ਼ ਦਾ ਨਿਵਾਸੀ ਹੈ, ਮਾਲਕ ਹੈ, ਸੰਤਾਨ ਹੈ।
ਜੇ ਹਿੰਦੂ ਆਏ ਤਾਂ ਬਾਹਰੋਂ ਆਏ, ਮੁਸਲਮਾਨ ਆਏ ਤਾਂ ਬਾਹਰੋਂ ਆਏ, ਈਸਾਈ ਆਏ ਤਾਂ ਬਾਹਰੋਂ ਆਏ, ਤੇ ਆਦਿਵਾਸੀ ਭਾਰਤ ਦੀ ਆਦ ਸੰਤਾਨ ਹੈ, ਭਾਰਤ ਦੇਸ਼ ਇਹਨਾਂ ਦਾ ਹੈ। ਤੇ ਜਦ ਹੀ ਭਾਰਤ ਦੇਸ਼ ਤੇ ਕੋਈ ਵਿਪਤਾ ਪਈ ਹੈ, ਧਰਮ ਤੇ ਵਿਪਤਾ ਪਈ ਹੈ, ਤੇ ਪਹਿਲਾਂ ਕੁਰਬਾਨੀਆਂ ਇਹਨਾਂ ਨੇ ਦਿੱਤੀਆਂ, ਨਾਵੇਂ ਚਾਹੇ ਆਏ ਕਿ ਨਹੀਂ ਆਏ। ਚਾਹੇ ਦੇਸ਼ ਦੀ ਆਜ਼ਾਦੀ ਦੀ ਗੱਲ ਕਰ ਲਓ ਜਾਂ ਧਰਮ ਦੀ ਗੱਲ ਕਰ ਲਓ, ਜੇ ਧਰਮ ਤੇ ਸੰਕਟ ਆਇਆ ਪਹਿਲਾਂ ਕੁਰਬਾਨੀਆਂ ਇਹਨਾਂ ਸੂਰਬੀਰਾਂ ਨੇ ਦਿੱਤੀਆਂ, ਇਹ ਯੋਧਿਆਂ ਨੇ ਦਿੱਤੀਆਂ। ਕਿਸੇ ਵੀ ਇਤਿਹਾਸ ਬੰਦਾ ਫੋਲ ਕੇ ਦੇਖ ਲੈ, ਪਹਿਲਾਂ ਕੁਰਬਾਨੀਆਂ ਦਿੱਤੀਆਂ, ਪਹਿਲਾਂ ਲਹੂ ਬਹਾਇਆ, ਸ਼ਹਾਦਤਾਂ ਦਿੱਤੀਆਂ। ਚਾਹੇ ਜੰਗ ਮੁਗਲਾਂ ਦੇ ਖਿਲਾਫ ਹੋਈ ਉੱਥੇ ਪਹਿਲਾਂ, ਚਾਹੇ ਜੰਗ ਗੋਰਿਆਂ ਨਾਲ ਹੋਈ ਉੱਥੇ ਵੀ ਪਹਿਲਾਂ, ਜੇ ਬ੍ਰਾਹਮਣਵਾਦ ਨੂੰ ਖਤਮ ਕਰਨ ਦੀ ਗੱਲ ਹੋਈ ਉੱਥੇ ਸੰਤ ਰਿਸ਼ੀ ਮੁਨੀ ਪਹਿਲਾਂ ਸਿਰ ਦਿੱਤੇ ਹੈ। ਸ਼ੰਭੂ ਰਿਸ਼ੀ ਵਰਗਿਆਂ ਨੇ ਪਹਿਲਾਂ ਘਾਲਣਾ ਘਾਲੀ ਹੈ, ਸਤਿਗੁਰੂ ਰਵਿਦਾਸ ਵਰਗਿਆਂ ਨੇ, ਸਤਿਗੁਰੂ ਕਬੀਰਦਾਸ ਵਰਗਿਆਂ ਨੇ, ਨਾਮਦੇਵ ਵਰਗਿਆਂ ਨੇ, ਭਗਤ ਧੰਨਾ ਜੀ ਵਰਗਿਆਂ ਨੇ, ਮਾਤਾ ਭੀਲਣੀ ਵਰਗਿਆਂ ਨੇ, ਬੜੇ ਯੋਧੇ ਹੈ। ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਸਾਰੇ ਹੱਕ ਲੈ ਕੇ ਦਿੱਤੇ ਹੈ। ਤੇ ਪਹਿਲਾਂ ਇਹਨਾਂ ਨੇ ਕੁਰਬਾਨੀਆਂ ਘਾਲੀਆਂ, ਪਹਿਲਾਂ ਇਹਨਾਂ ਨੇ ਆਪਣੇ ਆਪ ਨੂੰ ਸੂਲੀ ਟਾੜਿਆ ਹੈ। ਕਿਸੇ ਵੀ ਇਤਿਹਾਸ ਨੂੰ ਫੋਲ ਲਓ। ਸੋ ਸੂਰਬੀਰਾਂ ਨੂੰ ਅਣਖੀ ਯੋਧਿਆਂ ਨੂੰ ਫਰਮਾਨ ਹੈ, ਸਮਝਾਉਂਦੇ ਹੈ, ਗੁਰੂ ਗਿਆਨ ਆਪ ਦਿੰਦੇ ਹੈ ਕਿ ਭਾਰਤ ਦੇਸ਼ ਦੀ ਪਹਿਲੀ ਸੰਤਾਨ, ਗੱਲ ਸੁਣ, ਧਿਆਨ ਕਰ ਕਿ ਯੁੱਗਾਂ ਤੋਂ ਪਛਾੜਿਓ ਆਦਿਵਾਸੀ ਸੂਰਬੀਰੋ। ਸਮੇਂ ਸਮੇਂ ਤੁਹਾਨੂੰ ਪਿਛਾੜਿਆ ਗਿਆ ਹੈ, ਸਮੇਂ ਸਮੇਂ ਤੁਹਾਨੂੰ ਦੱਬਿਆ ਗਿਆ ਹੈ, ਕੁਚਲੇ ਹਰ ਪੱਖੋਂ ਤੁਹਾਨੂੰ ਬਾਹਰ ਕੀਤਾ ਗਿਆ ਹੈ। ਹੁਣ ਹੋਸ਼ ਕਰੋ ਥੋੜ੍ਹਾ ਜਿਹਾ। ਯੁੱਗਾਂ ਤੋਂ ਪਛਾੜੇ ਹੋਏ ਪਾ ਕੇ ਪਿੱਛੇ ਕੀਤੇ ਹੋਏ, ਗੱਲ ਧਰਮ ਦੀ ਹੋਈ ਚੱਲ ਪਿੱਛੇ, ਸਮਾਜਿਕ ਹੋਈ ਚੱਲ ਪਿੱਛੇ, ਰਾਜਨੀਤੀ ਗੱਲ ਹੋਈ ਤਾਂ ਹੀ ਪਿੱਛੇ। ਜੋ ਮਾਲਕ ਸੀ ਬਣਾ ਕੇ ਰੱਖਿਆ ਹੈ ਮੰਗਤਾ, ਮਾਲਕ ਤਾਂ ਰਹਿਣ ਦਿੱਤਾ ਹੀ ਨਹੀਂ, ਮੰਗਤਾ ਬਣਾ ਕੇ ਰੱਖਿਆ ਹੈ। ਯੁੱਗਾਂ ਤੋਂ ਪਛਾੜੇ ਹੋਏ ਆਦਿਵਾਸੀ ਸੂਰਬੀਰੋ, ਸੋਚੀਏ ਭਵਿੱਖ ਲਈ ਵਿਚਾਰ ਦਾ ਜ਼ਮਾਨਾ। ਜਿਹੜਾ ਪਹਿਲਾਂ ਆਪਾਂ ਕਹਿੰਦੇ, ਅੱਜ ਵੀ ਕਹਿੰਦੇ ਹਾਂ ਕਿ ਬੰਦਾ ਉੱਚਾ ਹੁੰਦਾ ਹੈ ਸੋਚ ਕਰਕੇ, ਮਾਲਕ ਬਣਦਾ ਹੈ ਸੋਚ ਕਰਕੇ, ਉਹ ਸੰਤ ਬਣਦਾ ਹੈ, ਭਗਤ ਬਣਦਾ ਹੈ ਸੋਚ ਕਰਕੇ। ਜਿੱਦਾਂ ਦੀ ਸੋਚ ਹੈ ਉੱਦਾਂ ਦਾ ਕਿਰਦਾਰ ਹੈ। ਇਹ ਜਿੰਨਾ ਸਮੁੰਦਰ ਗਹਿਰਾ ਹੁੰਦਾ ਨਾ ਤੇ ਲਹਿਰਾਂ ਵੀ ਉਨੀਆਂ ਉੱਚੀਆਂ ਹੁੰਦੀਆਂ, 1000 ਫੁੱਟ ਦੀਆਂ, 150 ਫੁੱਟ ਦੀਆਂ, 200 ਫੁੱਟ ਦੀਆਂ, ਬੜੀਆਂ ਬੜੀਆਂ ਲਹਿਰਾਂ ਉੱਠਦੀਆਂ ਸਮੁੰਦਰ 'ਚ। ਜੇ ਸਮੁੰਦਰ ਚਾਹੇ ਤਾਂ ਇੱਕ ਸਕਿੰਟ ਲਾਉਂਦਾ ਹੈ ਦੁਨੀਆ ਨੂੰ ਫਨਾਹ ਕਰਨ ਵਾਸਤੇ, ਜੇ ਚਾਹਵੇ ਤਾਂ। ਉਹਦੀ ਲਹਿਰਾਂ 'ਚ ਇੰਨਾ ਦਮ ਹੈ, ਪਰ ਉਹ ਵੀ ਰੱਬ ਦੀ ਰਜ਼ਾ ਅੰਦਰ ਹੈ, ਹੁਕਮ ਅੰਦਰ ਹੈ। ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਸਮੁੰਦਰ ਚਾਹੇ ਨਾ ਇੱਕ ਸਕਿੰਟ ਵਿੱਚ ਸਾਰੀ ਦੁਨੀਆ ਫਨਾਹ ਕਰ ਸਕਦਾ, ਐਡੀਆਂ ਦੀ ਲਹਿਰਾਂ 'ਚ ਦਮ ਹੈ। ਜਿੰਨਾ ਗਹਿਰਾ ਹੈ ਤਾਂ ਐਡੀਆਂ ਉੱਚੀਆਂ ਲਹਿਰਾਂ ਹੈ। ਸੋ ਇੱਥੇ ਸੋਚ ਦੀ ਗੱਲ ਆਈ ਹੈ, ਬੰਦੇ ਸੋਚ ਚੰਗੀ ਹੈ, ਸੋਚ ਉੱਚੀ ਹੈ, ਤੇ ਸਭ ਕੁਝ ਉੱਚਾ ਹੈ। ਇਹ ਦੇਸ਼ ਬਦਲਣਾ, ਦੇਸ਼ ਬਦਲਣਾ, ਘਰ ਬਦਲਣਾ। ਦੇਸ਼ ਬਦਲਿਆ, ਦੇਸ਼ ਇੱਦਾਂ ਨਹੀਂ ਬਦਲ ਹੁੰਦੇ, ਘਰ ਇੱਦਾਂ ਨਹੀਂ ਬਦਲੇ ਜਾਂਦੇ। ਘਰ ਬਦਲੇ ਜਾਂਦੇ ਹੈ ਸੋਚ ਦੇ ਨਾਲ, ਦੇਸ਼ ਬਦਲੇ ਜਾਂਦੇ ਹੈ ਸੋਚ ਦੇ ਨਾਲ, ਇਨਸਾਨ ਬਦਲਿਆ ਜਾਂਦਾ ਹੈ ਸੋਚ ਦੇ ਨਾਲ। ਸੋਚ ਬੰਦੇ ਦੀ ਚੰਗੀ ਹੈ ਤੇ ਮੱਤ ਚੰਗੀ ਹੈ, ਗੱਲਬਾਤ ਚੰਗੀ, ਵਿਚਾਰ ਚੰਗੇ ਹੈ, ਵਿਚਾਰ ਚੰਗੇ ਹੈ ਤੇ ਕਰਮ ਚੰਗੇ ਹੈ, ਕਰਮ ਚੰਗੇ ਹੈ ਤੇ ਤਕਦੀਰਾਂ ਚੰਗੀਆਂ ਹੈ, ਤਕਦੀਰਾਂ ਉੱਚੀਆਂ। ਗੱਲ ਸਾਰੀ ਸੋਚ ਦੀ ਹੈ। ਜਿਹੋ ਜਿਹੀ ਸੋਚ ਹੈ ਤਾਂ ਉਹੋ ਜਿਹਾ ਆਪਦਾ ਦੁਨੀਆ ਉੱਤੇ ਰੋਲ ਹੈ। ਧਿਆਨ ਕਰਿਓ, ਜੇ ਮੰਗਤਿਆਂ ਵਾਲੀ ਸੋਚ ਹੈ ਤੇ ਮਾਲਕ ਕਦੀ ਹੋ ਸਕਦੇ ਨਹੀਂ। ਜੇ ਮੰਗਤਿਆਂ ਵਾਲੀ ਸੋਚ ਹੈ ਨਾ, ਮੰਗਦੇ ਰਹਿਣਾ, ਹੱਥ ਹੀ ਅੱਡੇ ਜਾਣੇ ਹੈ, ਤੇ ਮਾਲਕ ਕਦੀ ਹੋ ਸਕਦੇ ਨਹੀਂ। ਤੁਹਾਨੂੰ ਮਾਲਕ ਹੋਣ ਦੇਣਾ ਵੀ ਨਹੀਂ, ਅਗਲਾਂ ਦੇ ਪਰਦੇ ਪਾਏ ਹੈ। ਤੇ ਸੋਚੀਏ ਭਵਿੱਖ ਲਈ ਵਿਚਾਰ ਦਾ ਜ਼ਮਾਨਾ। ਅੱਜ ਜੰਗ ਨਾ, ਅੱਜ ਜੰਗ ਤਲਵਾਰਾਂ ਦੀ ਨਹੀਂ ਹੈ, ਉਦੋਂ ਜੰਗ ਤਲਵਾਰਾਂ ਦੀ ਸੀ। ਅੱਜ ਜੰਗ ਕਲਮ ਦੀ ਹੈ, ਅੱਜ ਜੰਗ ਵਿਚਾਰ ਦੀ ਹੈ। ਅੱਜ ਦੁਨੀਆ ਨੂੰ ਜਿੱਤ ਸਕਦੇ, ਫਤਿਹ ਹਾਸਲ ਕਰਦੇ ਆ ਵਿਚਾਰ ਦੇ ਨਾਲ, ਕਲਮ ਦੀ ਸ਼ਕਤੀ ਨਾਲ। ਸੋਚ ਕਹਿੰਦੇ, ਇਹ ਸੋਚ ਰੱਖ, ਆਪਣੀ ਸੋਚ ਨੂੰ ਉੱਚਾ ਕਰ, ਮੱਧ ਨੂੰ ਉੱਚਾ ਕਰ, ਇੰਨਾ ਉੱਚਾ ਕਰਨਾ ਕੋਈ ਉੱਥੇ ਤੱਕ ਪਹੁੰਚੇ ਹੀ ਨਾ।
ਮਾਲਕ ਬਣ ਜਾਏ ਤੂੰ ਸੰਸਾਰ ਦਾ। ਸੋਚੀਏ ਭਵਿੱਖ ਲਈ, ਭਵਿੱਖ ਤੇ ਆਉਣ ਵਾਲੇ ਕੱਲ੍ਹ ਬਾਰੇ ਸੋਚ। ਕਹਿੰਦੇ ਬੰਦੇ ਨੂੰ ਕਿਉਂ ਮਹਾਨ ਰੁਤਬਾ ਦਿੱਤਾ ਗਿਆ ਹੈ? ਸੋਚ ਕਰਕੇ। ਕਿਉਂਕਿ ਜਿਹੜੀ ਸੋਚ ਬੰਦੇ ਕੋਲ ਹੈ ਨਾ, ਉਹ ਜਾਨਵਰਾਂ ਕੋਲ ਨਹੀਂ ਹੈ। ਜਾਨਵਰ ਦੇ ਅੰਦਰ ਭੋਜਨ ਪਿਆ ਹੈ, ਉਹਨੇ ਖਾਣਾ ਪੀਣਾ ਤੇ ਸੌ ਜਾਣਾ ਹੈ। ਬੰਦੇ ਦਾ ਵੀ ਇਹੀ ਹਾਲ ਹੈ, ਖਾ ਲਿਆ ਪੀ ਲਿਆ ਤੇ ਸੌ ਲਿਆ, ਬਸ ਬੱਚੇ ਪੈਦਾ ਕਰ ਲਏ, ਰੰਗ ਰੜੀਆਂ ਮਾਰ ਲਈ, ਬਸ ਖਤਮ ਕਹਾਣੀ। ਜਾਨਵਰ ਦਾ ਵੀ ਇਹੀ ਹਾਲ ਹੈ, ਪੰਛੀ ਦਾ ਵੀ ਇਹੀ ਹਾਲ ਹੈ। ਉਹ ਸੋਚਦਾ ਨਹੀਂ ਹੈ, ਸੋਚਣ ਸ਼ਕਤੀ ਉਹਦੇ ਕੋਲ ਨਹੀਂ ਹੈ ਕਿ ਕੱਲ੍ਹ ਮੈਂ ਕਿੱਦਾਂ ਜੀਣਾ ਹੈ, ਕੱਲ੍ਹ ਮੈਂ ਕਿੱਦਾਂ ਕਰਨੀ ਹੈ। ਉਹ ਖਾਂਦੇ ਪੀਂਦੇ ਸੌ ਜਾਂਦੇ, ਬੱਚੇ ਪੈਦਾ ਕਰਦੇ, ਬਸ ਖਤਮ ਕਹਾਣੀ। ਤੇ ਬੰਦੇ ਦਾ ਵੀ ਇਹੀ ਹਾਲ ਹੈ। ਜਿੱਦਾਂ ਕਿ ਬਿਜਲਾ ਸੀ ਨਾ, ਬਿਜਲੀ ਨੇ ਬਾਂਦਰ ਨੂੰ ਕਿਹਾ ਕਿ ਬਾਂਦਰਾ ਤੂੰ ਮੇਰੇ ਤੋਂ ਇੰਨਾ ਵੱਡਾ ਹੈ, ਕਾਰ ਦੇ ਵਿੱਚੋਂ, ਸਰੀਰ ਵਿੱਚੋਂ, ਤੂੰ ਆਪਣਾ ਘਰ ਕਿਉਂ ਨਹੀਂ ਬਣਾਉਂਦਾ ਭਾਈ? ਧੁੱਪ 'ਚ ਰਹਿੰਦਾ ਹੈ, ਬੱਦਲਾਂ 'ਚ ਰਹਿੰਦਾ, ਤੈਨੂੰ ਗੜ੍ਹਿਆਂ ਦੀ ਮਾਰ ਪੈਂਦੀ ਹੈ, ਬਾਰਿਸ਼ ਦੀ ਮਾਰ ਪੈਂਦੀ ਹੈ, ਤੂਫਾਨਾਂ 'ਚ ਤੈਨੂੰ ਮਾਰ ਪੈਂਦੀ ਹੈ, ਤੂੰ ਆਪਣਾ ਘਰ ਬਣਾ ਕੇ ਬਹਿ। ਐਡਾ ਤੈਨੂੰ ਰੱਬ ਨੇ ਸਰੀਰ ਦਿੱਤਾ ਹੈ। ਤੇ ਬਾਂਦਰ ਨੇ ਕੀ ਕੀਤਾ? ਬਾਂਦਰ ਨੇ ਉਹਦੀ ਸੋਚ ਨਹੀਂ ਲਈ, ਉਹਦੀ ਮੱਤ ਨਹੀਂ ਲਈ। ਕੀਤਾ ਕਿ ਇਹ ਬਾਂਦਰ ਨੇ ਬਿਜਲੀ ਦਾ ਘਰ ਫੜਿਆ ਤੇ ਚੁਰੂ ਚੁਰੂ ਕਰਕੇ ਸੁੱਟ ਕੇ ਬਗਾਮ ਮਾਰਿਆ ਕਿ ਤੂੰ ਕੌਣ ਹੁੰਦਾ ਮੈਨੂੰ ਮੱਤਾ ਦੇਣ ਵਾਲਾ ਭਾਈ? ਤੂੰ ਕੌਣ ਮੱਤਾ ਦੇਣ ਵਾਲਾ? ਤੇ ਬਾਂਦਰ ਰਹਿ ਗਿਆ ਨੰਗਾ ਦਾ ਨੰਗਾ ਹੀ। ਫਿਰ ਤੇ ਬਿਜਲਾ ਸੀ, ਉਹ ਕੋਲ ਮੱਤ ਸੀ, ਕਲਾ ਸੀ, ਗੁਣ ਸੀ, ਉਹਨੇ ਘਰ ਆਪਣਾ ਫੇਰ ਦੁਬਾਰਾ ਬਣਾ ਲਿਆ, ਫਿਰ ਰਾਜੀ ਹੋ ਗਿਆ। ਸੋ ਭਵਿੱਖ ਲਈ, ਸੋ ਭਵਿੱਖ ਵਾਸਤੇ ਨਾ ਜਾਨਵਰ ਨਹੀਂ ਸੋਚਦੇ, ਭਵਿੱਖ ਵਾਸਤੇ ਪੰਛੀ ਸੋਚਦੇ ਮੇਰਾ ਆਉਣ ਵਾਲਾ ਭਵਿੱਖ, ਆਉਣ ਵਾਲਾ ਕੱਲ੍ਹ ਮੇਰਾ ਕਿੱਦਾਂ ਦਾ ਹੋਵੇ, ਉਹ ਸੁਨਹਿਰੀ ਹੋਵੇ ਜਾਂ ਕਾਲਾ ਹੋਵੇ। ਇਹ ਸੋਚ ਬੰਦੇ ਨੂੰ ਰੱਬ ਨੇ ਦਿੱਤੀ ਇੱਕ ਸੋਚ, ਇਹੋ ਜਿਹੀ ਸੋਚ ਰੱਖ ਕਿ ਸੋਚੀਏ ਭਵਿੱਖ ਲਈ। ਵਿਚਾਰ ਦਾ ਜ਼ਮਾਨਾ ਹੈ ਕਿ ਅੱਜ ਦੁਨੀਆ ਤੁਰਦੀ ਹੈ ਨਾ, ਵਿਚਾਰ ਨਾਲ ਤੁਰਦੀ ਹੈ। ਸੌਣਾ ਨਾ ਵਿਚਾਰ ਨਾਲ ਸੌਣਾ ਹੈ, ਕੋਈ ਕੰਮ ਕਰਨਾ ਵਿਚਾਰ ਨਾਲ ਕਰਨਾ ਹੈ, ਬੋਲਣਾ ਹੈ ਵਿਚਾਰ ਨਾਲ ਬੋਲਣਾ ਹੈ, ਕੋਈ ਕਰਨੀ ਹੈ ਵਿਚਾਰ ਨਾਲ ਕਰਨੀ ਹੈ। ਸੋ ਗੁਰੂ ਮਹਾਰਾਜ ਨੇ ਬਹੁਤ ਦੱਸਿਆ ਵਿਚਾਰ ਦੇ ਬਾਰੇ। ਸੋ ਬਾਣੀ ਨਾਲ ਵਿਚਾਰ ਕਰ, ਗੁਰੂ ਹੁਕਮ ਨਾਲ ਵਿਚਾਰ ਕਰ, ਆਪਣੇ ਆਪ ਨਾਲ ਵਿਚਾਰ ਕਰ, ਆਪਣੀ ਕਰਨੀ ਨਾਲ ਵਿਚਾਰ ਕਰ। ਹਾਂ ਮੇਰੀ ਕਰਨੀ ਚੰਗੀ ਹੈ ਕਿ ਮਾੜੀ ਹੈ, ਮੈਂ ਮਾਲਕ ਹਾਂ ਕਿ ਖਾਰੀ ਹੈ, ਵਿਚਾਰ ਕਰ। ਕਿੱਦਾਂ ਮੇਰਾ ਪਰਿਵਾਰ ਵਧੇ, ਕਿੱਦਾਂ ਮੇਰੇ ਜੀਆ ਜੱਤਾਂ ਦਾ ਮਨੋ ਵਿਕਾਸ ਹੋਵੇ, ਮੈਂ ਕਿਹੜੀ ਕਰਨੀ ਕਰਾਂ। ਸੋਚੀਏ ਭਵਿੱਖ ਲਈ, ਵਿਚਾਰ ਦਾ ਸੋਚ ਰੱਖੋ ਇਹੋ ਜਿਹੀ ਕਿ ਆਉਣ ਵਾਲਾ ਕੱਲ੍ਹ ਸੁਨਹਿਰੀ ਹੋਵੇ, ਮੈਂ ਮਾਲਕ ਬਣਾ, ਮੰਗਤਾ ਨਾ ਬਣ ਕੇ ਰਵਾਂ। ਸਮੇਂ ਨਾਲ ਸਾਵੇਂ ਪੁੱਟ ਲੈ ਉਲਾਂਘ ਪੂਰੀ, ਪਛੜੀਆਂ ਨਾ ਰਹੀਏ ਰਫਤਾਰ ਦਾ ਜ਼ਮਾਨਾ ਹੈ। ਅੱਜ ਜ਼ਮਾਨਾ ਕਹਿੰਦੇ ਰਫਤਾਰ ਦਾ ਹੈ, ਪਰ ਸਾਡੇ ਸਮਾਜ ਦੀ ਚਾਲ ਉਹ ਢਿੱਲੀ ਪਹਿਲਾਂ ਵਾਲੀ ਹੈ। ਸਮੇਂ ਨਾਲ ਸਾਵੇਂ ਪੁੱਟ ਲੈ ਉਲਾਂਘ ਪੂਰੀ। ਹੁਣ ਪਹਿਲਾ ਸਮਾਂ ਸੀ, ਜਿੱਦਾਂ ਦਾ ਪਹਿਲਾ ਸਮਾਂ ਸੀ ਉੱਦਾਂ ਗੁਰੂਆਂ ਨੇ ਚਾਲ ਚੱਲੀ ਹੈ, ਸਮੇਂ ਦੇ ਹਾਲਾਤ ਨੂੰ ਸਮਝਿਆ, ਉੱਦਾਂ ਤੁਰੇ ਹੈ। ਪਹਿਲਾਂ ਸ਼ਹਾਦਤਾਂ ਵਾਲਾ, ਕੁਰਬਾਨੀਆਂ ਵਾਲਾ ਦੌਰ ਸੀ, ਕੁਰਬਾਨੀਆਂ ਦੇਣੀਆਂ ਪਈਆਂ, ਉਹਨੂੰ ਲੜਨਾ ਪਿਆ। ਪਰ ਅੱਜ ਤਾਂ ਲੜਾਈਆਂ ਵਾਲੀ ਗੱਲ ਹੀ ਨਹੀਂ ਰਹਿ ਗਈ। ਇਹ ਅੱਜ ਜੰਗ ਹੈ, ਵਿਚਾਰ ਦੀ ਜੰਗ ਹੈ, ਕਲਮਾਂ ਦੀ ਜੰਗ ਹੈ। ਪਹਿਲਾਂ ਤਲਵਾਰਾਂ ਦੀ ਜੰਗਾਂ ਸੀ, ਗੁਰੂਆਂ ਨੇ ਲੜੀਆਂ ਹੈ। ਫਿਰ ਸਾਨੂੰ ਸਮੇਂ ਦੀ ਹਾਲਾਤ ਨੂੰ ਸਮਝਿਆ ਪਿਆ ਹੈ, ਉੱਦਾਂ ਤੁਰੇ ਹੈ। ਪਰ ਤੁਸੀਂ ਹੁਣ ਸਮੇਂ ਦੀ ਹਾਲਾਤ ਨੂੰ ਸਮਝੋ, ਸਮੇਂ ਨੂੰ ਸਮਝੋ ਕਿ ਸਮਾਂ ਕੀ ਤੁਹਾਨੂੰ ਸਮਝਾ ਰਿਹਾ ਹੈ। ਇਹ ਦੌਰ ਕਿਹੜਾ ਹੈ? ਇਹ ਦੌਰ ਐਜੂਕੇਸ਼ਨ ਦਾ ਹੈ, ਇਹ ਦੌਰ ਵਿਦਿਆ ਦਾ ਹੈ, ਇਹ ਦੌਰ ਗਿਆਨ ਦਾ ਹੈ, ਇਹ ਦੌਰ ਮਾਲਕ ਬਣਦਾ ਹੈ, ਮੰਗਤੇ ਬਣਦਾ ਨਹੀਂ। ਇਹੋ ਜਿਹੀ ਸੋਚ ਰੱਖ, ਇਹੋ ਜਿਹਾ ਕਦਮ ਚੱਕ, ਸਮੇਂ ਨਾਲ ਸਾਵੇਂ ਪੁੱਟ ਲੈ ਉਲਾਂਘ ਪੂਰੀ। ਪਰ ਇੱਥੇ ਸਮਾਂ ਉਹੀ ਹੈ, ਪਹਿਲਾਂ ਖਾ ਲਿਆ ਪੀ ਲਿਆ ਸੌ ਲਿਆ, ਬੱਕਰੇ ਵੱਢ ਲਏ, ਗਊਆਂ ਵੱਢ ਲਈਆਂ ਤੇ ਖਾ ਲਏ ਡੂੰਘਰੇ ਭਰ ਕੇ, ਪੀਰੀਆਂ ਸ਼ਰਾਬਾਂ ਤੇ ਸੌਂ ਗਏ। ਤੇ ਸਮਾਂ ਅੱਜ ਵੀ ਉਹੀ ਹੈ। ਤਬਦੀਲੀ ਕੀ ਆਈ? ਪਹਿਲਾਂ ਜੋ ਸਕੂਲੇ ਨਹੀਂ ਸੀ ਜਾਂਦੇ ਉਹਨੂੰ ਗਿਆਨ ਬਹੁਤ ਸੀ, ਤਾਂ ਜੇ ਸਕੂਲੇ ਜਾਂਦੇ ਆ ਉਹ ਵੀ ਅਨਪੜ੍ਹ ਦੇ ਬਰਾਬਰ ਹੈ। ਉਹਨੂੰ ਚਾਰਾ ਇਹ ਦਿੱਤਾ ਜਾਂਦਾ ਹੈ, ਵੱਧਦੇ ਨਹੀਂ ਅੱਗੇ। ਕਹਿੰਦੇ ਭਾਈ ਅੱਜ ਵਿਦਿਆ ਦਾ ਜ਼ਮਾਨਾ ਹੈ, ਗਿਆਨ ਦਾ ਜ਼ਮਾਨਾ ਹੈ, ਤੂੰ ਸਮਝੇ ਇਹਨੂੰ। ਕਹਿੰਦੇ ਨਸ਼ਿਆਂ ਨੂੰ ਪਰੇ ਕਰਕੇ, ਵਿਕਾਰਾਂ ਨੂੰ ਪਰੇ ਕਰਕੇ, ਗੁਰੂ ਦੇ ਹੁਕਮ ਨੂੰ ਕਮਾ, ਗੁਰਬਾਣੀ ਨੂੰ ਕਮਾ,
ਉਹ ਬੰਦਾ ਬਾਣੀ ਨਾਲ ਜੁੜਿਆ, ਤੂੰ ਵੀ ਸੋਚ ਕਰ। ਉਹ ਗੁਰੂ ਨਾਲ ਜੁੜਿਆ, ਗੁਰੂ ਹੁਕਮ ਨਾਲ ਜੁੜਿਆ, ਤੂੰ ਵੀ ਤੁਰ। ਤੂੰ ਕਿਉਂ ਪਿੱਛੇ ਹੈ? ਤੂੰ ਪਹਿਲਾਂ ਵੀ ਟੁੱਟਿਆ ਸੀ, ਅੱਜ ਵੀ ਟੁੱਟਿਆ ਫਿਰਦਾ ਹੈ। ਜ਼ਮਾਨੇ ਚਾਲ ਨੂੰ ਵੇਖ, ਕਿੱਧਰ ਜ਼ਮਾਨਾ ਤੁਰੇ ਤੇ ਮੈਂ ਕਿੱਧਰ ਤੁਰਿਆ। ਤੂੰ ਸਮੇਂ ਨਾਲ ਸਮੇਂ ਪੁੱਟ ਲਿਆ ਲਾਂਘ ਪੂਰੀ, ਪਛੜਿਆ ਰਹੀਏ ਰਫਤਾਰ ਦਾ ਜ਼ਮਾਨਾ ਹੈ। ਸੋ ਪਿੱਛੇ ਨਾ ਰਹਿ, ਰਫਤਾਰ ਨੂੰ ਸਮਝੇ ਹਾਲਾਤ ਨੂੰ ਸਮਝੇ ਤੇ ਤੁਰ ਉੱਦਾਂ ਤੁਰ। ਸੋ ਅੱਜ ਦੇਖੋ, ਇੱਕ ਘਰ ਹੈ ਨਾ, 2 ਮੰਜ਼ਲੀ ਹੈ, ਚਾਹੇ 3 ਮੰਜ਼ਲੀ ਕਰ ਲਓ, 4 ਮੰਜ਼ਲੀ ਕਰ ਲਓ। ਕਿਸੇ ਅੱਗੇ ਮੰਗਾ ਰੱਖ ਕੇ ਨਾ ਇਹ ਕੰਧਾਂ ਦੇ ਸ਼ੀਸ਼ੇ ਭਾਵੇਂ ਜਲਾ ਦਿਓ, ਸੋਨੇ ਚਾਂਦੀ ਲਾ ਦਿਓ, ਪਰ ਜੋ ਕੌਮ ਦੀ ਅਗਿਆਨਤਾ ਹੈ ਹੋ ਜਾਏਗੀ ਦੂਰ। ਕੌਮ ਦੇ ਜੋ ਅਗਿਆਨਤਾ ਹੈ, ਇਹ ਮੰਦਿਰ ਬਣਾਉਣ ਦੇ ਨਾਲ, ਉੱਚੇ ਕਰਨ ਦੇ ਨਾਲ, ਸੋਹਣੇ ਬਣਾਉਣ ਦੇ ਨਾਲ ਘਰ ਅਗਿਆਨਤਾ ਦੂਰ ਹੋ ਜਾਏਗੀ ਭਾਈ। ਜੋ ਕੌਮ ਅਜੇ ਵੀ ਨਫ਼ਰਤ ਵਿੱਚ ਹੈ, ਘਿਰਨਾ ਵਿੱਚ ਹੈ, ਇੱਕ ਦੂਜੇ ਨੂੰ ਕੁੱਤੇ ਵਾਂਗ ਵੱਢ ਖਾਣ ਪੈਂਦੇ ਹੈ ਮਾੜੀ ਗੱਲ ਤੇ। ਨਾਲੀ ਦੀ ਗੱਲ ਕਰ ਲਓ, ਗਲੀ ਦੀ ਗੱਲ ਕਰ ਲਓ, ਕਹਿੰਦਾ ਤੂੰ ਹੁੰਦਾ ਕੌਣ ਹੈ ਪਈ ਮੈਨੂੰ ਆ ਨਾਲੀ ਸਫਾਈ ਕਰਨ ਵਾਲਾ। ਬੰਦਾ ਕਹਿੰਦਾ ਪਈਆ ਆਪਣਾ ਮੱਥਾ ਮਸਵਾੜਾ ਸਵਾਰ ਲਾ, ਗੰਦਗੀ ਪਰੇ ਕਰ ਲਾ। ਉਹਦਾ ਟੁੱਟ ਕੇ ਪੈਂਦਾ ਹੈਗਾ, ਹੁੰਦਾ ਕੌਣ ਹੈ? ਤੂੰ ਜੰਮਿਆ ਕਿੱਦਾਂ ਵੀ ਮੈਨੂੰ ਕਹਿਣ ਵਾਲਾ। ਨਾਲੀਆਂ ਦੇ ਝਗੜੇ ਹੋ ਜਾਂਦੇ ਹੈ ਤੇ 7 ਜਨਮਾਂ ਤੱਕ ਉਹ ਵੈਰ ਹੀ ਨਹੀਂ ਜਾਂਦਾ। ਇਹਨੇ ਮੈਨੂੰ ਆਹ ਗੱਲ ਕਹੀ ਸੀ। ਆਪਣੇ ਪਰਿਵਾਰ ਅੰਦਰ, ਆਪਣੇ ਸਮਾਜ ਅੰਦਰ ਨਫ਼ਰਤ ਇੰਨੀ ਪੈਦਾ ਹੋ ਗਈ ਹੈ, ਇੱਕ ਦੂਜੇ ਨੂੰ ਦੇਖ ਕੇ ਰਾਜੀ ਨਹੀਂ ਹੈ। ਤੇ ਹੋਰ ਨਾ ਸਮਾਜਾਂ ਵੱਲ ਦੇਖ, ਹੋਰ ਨਾ ਧਰਮਾਂ ਵੱਲ ਦੇਖ, ਉਹ ਵੀ ਇੱਦਾਂ ਹੀ ਕਰਦੇ ਆ ਭਾਈ। ਜਿਹੋ ਜਿਹੀ ਤੇਰੀ ਕਰਨੀ ਹੈ ਕਿ ਉਹ ਵੀ ਇੱਦਾਂ ਹੀ ਕਰਦੇ ਆ। ਤੈਨੂੰ ਤਾਂ ਵੰਡਣ ਵਾਲੇ ਵੰਡਿਆ, ਤੂੰ ਅਜੇ ਹੀ ਵੰਡਿਆ ਫਿਰਦਾ। ਤੈਨੂੰ ਜਾਤਾਂ 'ਚ ਵੰਡਤਾ, ਧਰਮਾਂ 'ਚ ਵੰਡਤਾ, ਤੈਨੂੰ ਗੋਤਾਂ 'ਚ ਵੰਡਤਾ, ਤੈਨੂੰ ਵਰਨਾਂ 'ਚ ਤੈਨੂੰ ਵੰਡ ਕੇ ਰੱਖਿਆ। ਤੂੰ ਉਹ ਅਜੇ ਵੀ ਵੰਡੀ ਪਾ ਕੇ ਬੈਠਾ। ਸਮਝ ਦੇ ਹਾਲਾਤ ਨੂੰ ਸਮਝ, ਦੂਜੇ ਵੱਲ ਦੇਖ ਉਹ ਹੀ ਕਰਦਾ। ਤੂੰ ਪਹਿਲਾਂ ਇਹ ਭਟਕਦਾ ਸੀ ਕੁੱਤਿਆਂ ਦੇ ਵਾਂਗ, ਤੇ ਅੱਜ ਵੀ ਤੂੰ ਭਟਕੇ ਹੀ ਜਾਂਦਾ, ਫਿਰੀ ਜਾਂਦਾ। ਦੂਜੇ ਵੱਲ ਦੇਖ ਸਹੀ ਮੜ ਜਾ, ਉਹ ਕਿੱਧਰ ਤੁਰਿਆ ਤੇ ਮੈਂ ਕਿੱਧਰ ਤੁਰਿਆ। ਸਮੇਂ ਦੇ ਹਾਲਾਤ ਨੂੰ ਸਮਝ। ਸਮੇਂ ਨਾਲ ਸਮੇਂ ਪੁੱਟ ਲੈ ਲਾਂਘ ਪੂਰੀ, ਪਰ ਜੇ ਉਹ ਟਿਕਿਆ ਨਾ ਤੇ ਤੂੰ ਵੀ ਟਿਕ। ਕਹਿੰਦੇ ਉਹ ਸਮਾਜ ਯਾਰ ਬੜਾ ਵਧੀਆ ਸਮਾਜ ਹੈ, ਬੜੀ ਪ੍ਰੇਮ ਨਾਲ ਰਹਿੰਦੇ ਹੈ, ਬੜੀ ਚੜ੍ਹਦੀ ਕਲਾ ਹੈ ਉਹਨਾਂ 'ਚ। ਉਹ ਲੜਦੇ ਨਹੀਂ ਵੇਖੇ, ਝਗੜਦੇ ਨਹੀਂ ਵੇਖੇ। ਸਾਡੇ ਵਾਂਗੂ ਨਾ ਘਰਾਂ 'ਚ ਵੰਡ ਵਿਤਕਰੀ ਹੈ ਨਹੀਂ, ਸਾਰੇ ਪ੍ਰੇਮ ਨਾਲ ਰਹਿੰਦੇ ਆ, ਸਿਫਤਾਂ ਕਰਦੇ ਆ ਤੇ ਬੀਬੀਆਂ ਇੱਦਾਂ ਕਰਦੀਆਂ। ਉਹ ਸਮਾਜ ਇੱਦਾਂ, ਉਹ ਸਮਾਜ ਇੱਦਾਂ। ਤੇ ਤੁਹਾਡੇ ਸਮਾਜ ਨੂੰ ਕੀ ਹੋਇਆ ਭਾਈ? ਤੁਸੀਂ ਵੀ ਆਪਣੇ ਸਮਾਜ ਨੂੰ ਇੱਦਾਂ ਕਰੋ। ਤੁਸੀਂ ਪ੍ਰੇਮ ਨਾਲ ਰਹੋ, ਮੁਹੱਬਤ ਨਾਲ ਰਹੋ, ਇਕਾਗਰਤਾ ਨਾਲ ਰਹੋ, ਜਥੇਬੰਦੀ ਨਾਲ ਰਹੋ। ਤੁਹਾਡੀ ਸੋਚ ਇੱਕ ਹੋਵੇ, ਤੁਹਾਡਾ ਜੈਕਾਰਾ ਇੱਕ ਹੋਵੇ, ਤੁਹਾਡਾ ਭਗਵਾਨ ਇੱਕ ਹੋਵੇ, ਤੁਹਾਡਾ ਗੁਰੂ ਇੱਕ ਹੋਵੇ, ਤੁਹਾਡੀ ਬੰਦਗੀ ਸਭ ਕੁਝ ਇੱਕ ਹੋਵੇ। ਤੁਸੀਂ ਵੀ ਇਹੋ ਜਿਹੀ ਸੋਚ ਰੱਖੋ ਨਾ। ਫਿਰ ਕੇ ਕਾਤੋਂ ਡੋਲਦੇ ਕਾਤੋਂ? ਗੱਲ ਸਾਰੀ ਸੋਚਦੀ ਹੈ। ਸੋਚੀਏ ਭਵਿੱਖ ਲਈ, ਚਾਹ ਦਾ ਜ਼ਮਾਨਾ। ਸੋ ਨਿੱਕੀਆਂ ਨਿੱਕੀਆਂ ਗੱਲਾਂ ਤੇ ਭਾਈ ਐਡੇ ਵੱਡੇ ਝਗੜੇ ਹੋ ਜਾਂਦੇ ਆ। ਤੇ ਦੂਜਾ ਬੰਦਾ ਬੜਾ ਖੁਸ਼ ਹੁੰਦਾ, ਬੜਾ ਆਨੰਦ ਹੁੰਦਾ ਹੈ। ਜਦ ਤੀਸਰਾ ਬੰਦਾ ਆਉਂਦਾ ਉਹ ਲੈ ਜਾਂਦਾ ਫਾਇਦੇ ਤੇ ਰਹਿ ਜਾਂਦੇ ਲੜਦੇ ਝਗੜਦੇ। ਇੱਧਰ ਭੁੱਖਾਂ ਕਾਹਦੀਆਂ? ਚੌਧਰਾਂ ਦੀਆਂ ਭੁੱਖਾਂ, ਕਾਹਦੀਆਂ? ਮੈਂਬਰੀ ਦੀਆਂ ਭੁੱਖਾਂ, ਕਾਹਦੀਆਂ? ਧੜਿਆਂ ਦੀਆਂ ਭੁੱਖਾਂ, ਕਾਹਦੀਆਂ? ਫੋਕੀ ਵਜ਼ੀਰਿਆਂ ਦੀਆਂ। ਸਾਂਝੀ ਵਾਲਤਾ ਤਾਂ ਹੈ ਹੀ ਨਹੀਂ ਗੀ, ਸਾਡੇ ਸਾਹਮਣੇ ਹੈ। ਦੇਖ ਲਓ, ਆਪਣਾ ਇਤਿਹਾਸਕ ਦਿਹਾੜਾ ਹੋਵੇ, ਗੁਰੂਆਂ ਦੀ ਕਰਨੀ ਹੋਵੇ ਤੇ ਕੌਮ ਇੱਦਾਂ ਟੁੱਟੀ ਹੋਵੇ। ਆਹੀ ਬਾਤ ਆ ਨਾ। ਦੂਜਿਆਂ ਵਿੱਚ ਕਿਉਂ ਨਹੀਂ ਹੈ? ਕੋਈ ਹਿੰਦੂ ਟਿਕਿਆ ਹੈ, ਉਹ ਆਪਣੇ ਥਾਂ ਟਿਕਿਆ ਹੈ। ਕੋਈ ਮੁਸਲਮਾਨ ਟਿਕਿਆ ਹੈ, ਆਪਣੇ ਥਾਂ ਟਿਕਿਆ ਹੈ। ਕੋਈ ਗੁਰਦਾਸ ਸਿੱਖ ਟਿਕਿਆ, ਆਪਣੇ ਥਾਂ ਟਿਕਿਆ ਹੈ। ਉਹ ਦੌੜਾ ਨਹੀਂ ਰੱਖਦਾ, ਪਰ ਇੱਧਰ ਦੌੜਾ ਹੀ ਦੌੜਾ ਹੈ। ਇਹ ਸਮੇਂ ਦੇ ਹਾਲਾਤ ਨੂੰ ਸਮਝੋ ਭਾਈ। ਸਮੇਂ ਦੇ ਹਾਲਾਤ ਨਾਲ ਚੱਲ, ਲੋਕਾਂ ਵੱਲ ਦੇਖੀ ਅਕਲ ਲੈ ਲੈ, ਮੱਤ ਲੈ ਲੈ। ਸਮੇਂ ਸਮੇਂ ਪੁੱਟ ਲੈ ਲਾਂਘ ਪੂਰੀ, ਪਛੜੇ ਨਾ ਰਹੀਏ ਰਫਤਾਰ ਦਾ ਜ਼ਮਾਨਾ। ਕਿ ਸਾਨੂੰ ਵੀ ਤੁਹਾਨੂੰ ਜੀ ਅੰਨ ਦਿੰਦੇ ਆ ਫ੍ਰੀ 'ਚ, ਤੁਹਾਨੂੰ ਆਹ ਫ੍ਰੀ 'ਚ ਦਿੰਦੇ ਆ, ਆਹ ਫ੍ਰੀ 'ਚ ਦਿੰਦੇ ਆ। ਤੁਹਾਨੂੰ ਫ੍ਰੀ 'ਚ ਸਭ ਕੁਝ ਮਿਲ ਜਾਏਗਾ, ਜਲ ਵੀ ਮਿਲ ਜਾਏਗਾ, ਅੰਨ ਵੀ ਮਿਲ ਜਾਏਗਾ, ਕੱਪੜੇ ਸਿਲੰਡਰ ਵੀ ਮਿਲ ਜਾਣਗੇ। ਤੁਹਾਨੂੰ ਫ੍ਰੀ 'ਚ ਕਿਸੇ ਨੇ ਐਜੂਕੇਸ਼ਨ ਨਹੀਂ ਦੇਣੀ, ਫ੍ਰੀ 'ਚ ਤੁਹਾਨੂੰ ਕਿਸੇ ਨੇ ਵਿੱਦਿਆ ਨਹੀਂ ਦੇਣੀ।
फ्री ਤੁਹਾਨੂੰ ਕਿਸੇ ਨੇ ਗੁਰੂ ਗਿਆਨ ਨਹੀਂ ਦੇਣਾ, ਜਾਂ ਭਾਈ ਤੂੰ ਧਰਮ ਸਥਾਨ ਨਾਲ ਜੁੜ, ਜਾਂ ਆਪਣੇ ਗੁਰੂਆਂ ਦੀ ਕਰਨੀ ਨਾਲ ਜੁੜ, ਤੁਹਾਨੂੰ ਕਿਸੇ ਨੇ ਗੱਲ ਨਹੀਂ ਕਹਿਣੀ। ਜਾਓ ਭਾਈ ਮੰਗਤੇ ਨਾ ਬਣੋ, ਮਾਲਕ ਬਣੋ, ਕਿਸੇ ਨੇ ਤੁਹਾਨੂੰ ਗੱਲ ਨਹੀਂ ਕਹਿਣੀ। ਸੋ ਗੁਰੂ ਮਹਾਰਾਜ ਕਹਿ ਰਹੇ ਆ ਤੁਸੀਂ ਭਾਈ ਆਹ ਕਰਨੀ ਕਰੋ, ਮਾਲਕ ਬਣੋ। ਤੁਸੀਂ ਮਾਲਕ ਸੀ ਤੇ ਮਾਲਕ ਬਣ ਕੇ ਰਹੋ। ਫ੍ਰੀ 'ਚ ਅੰਨ ਜਲ ਮਿਲ ਜਾਣਗੇ, ਪਰ ਵਿਦਿਆ ਕਿਸੇ ਨੇ ਨਹੀਂ ਦੇਣੀ, ਗਿਆਨ ਨਹੀਂ ਦੇਣਾ। ਵਿਦਿਆ ਕਿਉਂ ਦੇਣ ਭਾਈ ਤੁਹਾਨੂੰ, ਗਿਆਨ ਕਿਉਂ ਦੇਣ? ਕੋਈ ਜਿੱਥੇ ਗਿਆਨ ਹੋਵੇ ਨਾ ਉੱਥੇ ਹੁੰਦੇ ਸਵਾਲ, ਉੱਥੇ ਹੁੰਦਾ ਤਰਕ। ਉਹ ਕਹਿੰਦੇ ਤੁਸੀਂ ਤਰਕ ਕਰੋ ਨਾ, ਤੁਸੀਂ ਸਵਾਲ ਜਵਾਬ ਕਰੋ ਨਾ, ਮੰਗਤੇ ਬਣ ਕੇ ਰਹੋ, ਦੱਬੇ ਰਹੋ, ਪੁੱਛੇ ਰਹੋ, ਉੱਠੋਗੇ ਨਾ ਕਦੇ। ਕਿਉਂਕਿ ਵਿਦਿਆ ਕੋਲ ਹੋਏਗੀ ਨਾ ਸਵਾਲ ਉੱਠਣਗੇ, ਗਿਆਨ ਹੋਏਗਾ ਤੇ ਤਰਕ ਹੋਏਗੀ। ਤੇ ਸਮਝਣਾ, ਸਮੇਂ ਦੇ ਹਾਲਾਤ ਨੂੰ ਕਹਿੰਦੇ ਸਮਝ। ਸੋ ਇੱਥੇ ਆਪਾਂ ਰਸਨਾ ਨੂੰ ਵਿਸ਼ਰਾਮ ਦਈਏ। ਸੁਰਦਾਸ ਬੇਨਤੀ, ਆਪ ਵੀ ਗੁਰਦਾਸ ਬੇਨਤੀ ਅਸੀਂ ਵੀ ਕਰਦੇ ਹਾਂ ਕਿ ਭਾਈ ਇਹ ਵੰਡ ਵਿਤਕਰੀ ਕੌਮ ਅੰਦਰ ਜੋ ਹੈ ਨਾ ਇਹ ਦੂਰ ਹੋਵੇ, ਇਹ ਨਫ਼ਰਤ ਕਿਰਨਾਂ ਦੂਰ ਹੋਵੇ, ਪ੍ਰੇਮ ਭਾਵਨਾ ਹੋਵੇ, ਜਥੇਬੰਦੀ ਹੋਵੇ, ਇਕਾਗਰਤਾ ਹੋਵੇ। ਤੇ ਵਾਰੇ ਨਿਆਰੇ ਹੈ, ਜੋ ਵੀ ਕੌਮ ਦੇ ਸ਼ਗਨ ਵਿਹਾਰੇ ਹੈ ਸਾਰੇ ਇਕੱਠੇ ਹੋ ਕੇ ਕਰੋ ਭਾਈ। ਇਹ ਘਰ ਦੇ ਅੰਦਰ ਕਰੋ, ਇਸੇ ਕੌਮ ਦੇ ਅੰਦਰ ਕਰੋ, ਸਮਾਜ ਦੇ ਅੰਦਰ ਕਰੋ। ਗੁਰੂਆਂ ਦੀ ਵੀ ਇਹ ਸੋਚ ਹੈ। ਯੁੱਗਾਂ ਤੋਂ ਪਛਾੜੇ ਹੋਏ ਆਦਿਵਾਸੀ ਸੂਰਬੀਰ ਪਛੜੇ ਨਾ ਰਹੋ ਭਾਈ। ਪਹਿਲਾਂ ਪਿੱਛੇ ਕਿਤੇ ਹੈ, ਹੁਣ ਆਪ ਪਿੱਛੇ ਹੋਏ ਬੈਠੇ ਫਿਰਦੇ ਆ। ਯੁੱਗਾਂ ਤੋਂ ਪਛਾੜੇ ਹੋਏ ਆਦਿਵਾਸੀ ਸੂਰਬੀਰੋ, ਸੋਚੀਏ ਭਵਿੱਖ ਲਈ, ਵਿਚਾਰ ਦਾ ਜ਼ਮਾਨਾ ਹੈ। ਸੋਚ ਆਪਣੇ ਅੰਸ਼ ਵਾਸਤੇ, ਸੋਚ ਆਪਣੇ ਵੰਸ਼ ਵਾਸਤੇ, ਸੋਚ ਆਪਣੀ ਸਮਾਜ ਵਾਸਤੇ। ਇਹ ਕਿੱਦਾਂ ਦਾ ਹੋਵੇ? ਜਾਂ ਗੁਰੂ ਗਿਆਨ ਮੈਂ ਕਹਿੰਦੇ ਨਾ ਕਿ ਜੋ ਆਪਣੇ ਅੰਸ਼ ਵੰਸ਼ ਦੀ ਜਿਹੜਾ ਕਰ ਹੋ ਨਹੀਂ ਸਕਦਾ, ਕੋਈ ਸੋਚ ਨਹੀਂ ਰੱਖਦਾ, ਕਹਿੰਦੇ ਉਹ ਬੰਦਾ ਡੰਗਰਾਂ ਦੀ ਨਿਆਈ। ਬੜਾ ਕੌੜਾ ਸ਼ਬਦ ਹੈ ਗੁਰੂ ਗਿਆਨ ਮਹਾਰਾਜ ਜੀ ਦਾ। ਕਹਿੰਦੇ ਉਹ ਬੰਦਾ ਡੰਗਰਾਂ ਦੀ ਨਿਆਈ, ਪਰ ਡੰਗਰ ਦੇ ਕਹਿੰਦੇ ਬਰਾਬਰ ਹੈ, ਕਿਉਂਕਿ ਡੰਗਰ ਸੋਚਦੇ ਨਹੀਂ ਹੈ, ਉਹਨਾਂ ਕੋਲ ਸੋਚਣ ਸ਼ਕਤੀ ਨਹੀਂ ਹੈ ਕਿ ਸੋਚੀਏ ਕੁਝ ਕੱਲ੍ਹ ਬਾਰੇ। ਉਹ ਬੰਦਾ ਡੰਗਰਾਂ ਦੇ ਨਿਆਈ ਜੋ ਜੀਵਨ ਦੇ ਲਈ ਸੋਚ ਨਹੀਂ ਕਰਦਾ, ਆਪਣੇ ਅੰਸ਼ ਵੰਸ਼ ਲਈ ਜਿਹੜਾ ਕਰ ਹੋ ਨਹੀਂ ਸਕਦਾ। ਜੇ ਰੱਬ ਕਿਸੇ ਨੂੰ ਤਰੱਕੀਆਂ ਦਿੰਦਾ ਹੈ ਨਾ, ਕੋਈ ਵਿਦਿਆ ਹੈ, ਕੋਈ ਗਿਆਨੀ ਹੈ, ਤਰੱਕੀ ਹੈ ਕਿਸੇ ਕੋਲ, ਉਹਦੀ ਸੋਚ ਕੀ ਬਣਦੀ ਹੈ? ਜੇ ਮੈਂ ਤਰੱਕੀ ਵਿੱਚ ਹੈ ਨਾ, ਆ ਭਾਈ ਦੀ ਬਾਂਹ ਫੜਾ ਤਾਂ ਮੈਂ ਇਹਨੂੰ ਵੀ ਤਰੱਕੀ ਵੱਲ ਲੈ ਕੇ ਜਾਵਾਂ। ਜੇ ਮੇਰੇ ਕੋਲ ਗਿਆਨ ਦਾ ਛੱਟਾ ਹੈ ਨਾ, ਮੈਂ ਅਗਿਆਨੀ ਦੀ ਬਾਂਹ ਫੜਾ ਤੇ ਇਹਨੂੰ ਵੀ ਗਿਆਨ ਦੇਵਾਂ। ਜੇ ਮੈਂ ਡੋਲਦਾ ਨਹੀਂ, ਥਿਰਕਦਾ ਨਹੀਂ, ਹਿੰਮਤਾਂ ਰੱਖਦਾ, ਹੌਸਲੇ ਰੱਖਦਾ ਹਾਂ, ਤੇ ਇਹ ਬੰਦੇ ਦੀ ਬਾਂਹ ਫੜਾ, ਇਹਨੂੰ ਵੀ ਹਿੰਮਤ ਵਾਲਾ ਕਰਾਂ, ਹੌਸਲੇ ਵਾਲਾ ਕਰਾਂ। ਮੈਂ ਜੰਗ ਲੜਦਾ ਹੈ, ਇਹਨੂੰ ਵੀ ਜੰਗਬਾਜ਼ ਕਰਾਂ। ਇਹੋ ਜਿਹੀ ਸੋਚ। ਜਿੱਦਾਂ ਆਪਾਂ ਕਹਿੰਦੇ ਆਏ ਨਾ ਕਿ ਜੋ ਜਿਹਨੂੰ ਮੂਰਖ ਕਹਿੰਦੇ ਨਾ, ਬੰਦਾ ਮੂਰਖ ਹੈ, ਇਹ ਸ਼ਰਾਬੀ ਹੈ, ਕਬਾਬੀ ਹੈ, ਨਸ਼ੇੜੀ ਹੈ। ਆਪਾਂ ਕਹਿੰਦੇ ਆ ਕਿ ਉਹ ਵੀ ਸਾਨੂੰ ਗਿਆਨ ਦੇ ਰਿਹਾ। ਗਿਆਨ ਕਹਿੰਦੇ ਲੈ ਲਓ। ਉਹ ਕਿੱਦਾਂ ਸਾਨੂੰ ਗਿਆਨ ਦੇ ਰਿਹਾ? ਜਿਹਨੂੰ ਆਪਾਂ ਵਿਕਾਰੀ ਕਹਿੰਦੇ ਆ, ਨਸ਼ੇੜੀ ਕਹਿੰਦੇ ਆ, ਉਹ ਸਾਨੂੰ ਗਿਆਨ ਕਿੱਦਾਂ ਦੇ ਰਿਹਾ ਹੈ? ਕਿਉਂਕਿ ਵਿਕਾਰੀ ਬੰਦਾ ਕੀ ਕਰਦਾ ਹੈ? ਆਪ ਦਾ ਵਿਕਾਰੀ ਹੈ ਹੀ ਹੈ, ਉਹਨੇ 5-6 ਨੂੰ ਹੋਰ ਵਿਕਾਰੀ ਕਰਨਾ ਹੈ, ਉਹਨੇ ਹੋਰ ਬੂਟੇ ਲਾਉਣੇ ਆ, ਵਾਜਾ ਮਾਰ ਕੋਲ ਬੁਲਾਉਣਾ ਹੈ, ਆ ਜਾ ਭਾਈ ਜੂਆ ਖੇਡੀਏ, ਆ ਜਾ ਭਾਈ 2 ਪੈਗ ਲਾਈਏ, ਆ ਜਾ ਆਪਾਂ ਉੱਧਰ ਲੜਨ ਜਾਣਾ, 2 ਹੱਥ ਕਰਨੇ, ਆਓ ਚਲੀਏ। ਸਾਡੇ ਵਰਗੇ ਤੁਰ ਪੈਂਦੇ ਮੂਰਖ। ਨਹੀਂ ਤੂੰ ਕਹਿੰਦੇ ਗਿਆਨ ਲੈ ਲਓ। ਉਹ ਬੰਦਾ ਆਪਣਾ ਕਰਮ ਕਰਦਾ, ਜਦੋਂ ਆਪ ਗੰਦਗੀ ਵਾਲਾ ਭਰਿਆ ਹੈ, ਉਹਦਾ ਨਾਲ ਦੂਜੇ ਨੂੰ ਗੰਦਾ ਕਰ ਦਿੰਦਾ ਹੈ। ਜੇ ਕਹਿੰਦੇ ਮੱਝ ਲਿਬੜੀ ਹੋਵੇ ਨਾ, ਆਉਂਦੇ ਜਾਂਦੇ ਨੂੰ ਵੀ ਉਹ ਲਿਬੇੜ ਦਿੰਦੀ ਹੈ। ਉਹ ਆਪਣਾ ਕਰਮ ਕਰਦਾ ਹੈ, ਤੂੰ ਆਪਣਾ ਕਰਮ ਕਰ, ਉਹ ਤੋਂ ਸਿੱਖਿਆ ਲੈ ਲੈ। ਜੇ ਉਹ ਮੰਦਾ ਹੈ ਨਾ, ਉਹ ਸਾਰੇ ਨੂੰ ਮੰਦਾ ਕਰੀ ਜਾਂਦਾ ਹੈ, ਸਾਰੇ ਮੰਦਾ ਕਰੀ ਜਾਂਦੇ। ਜੇ ਤੂੰ ਚੰਗਾ ਹੈ ਨਾ, ਤੇ ਤੂੰ ਚੰਗਾ ਤਾਂ ਕਰਦੇ, ਕਿਸੇ ਇੱਕ ਨੂੰ ਚੰਗਾ ਹੀ ਕਰਦੇ, ਹੈ ਨਾ। ਇਹ ਤੇਰੇ ਚੰਗਿਆਈਆਂ ਹੈ ਨਾ, ਤੂੰ ਇੱਕ ਨੂੰ ਚੰਗਾ ਕਰਦੇ, ਪਿਆਰਿਆ ਰੱਬ ਦੇ ਘਰ ਤੋਂ ਸਫਲ ਹੋ ਜਾਏਗਾ। ਜੇ ਤੂੰ ਉੱਚਾ ਹੈ ਨਾ, ਉਹ ਇੱਕ ਦੀ ਬਾਂਹ ਫੜ ਕੇ ਤੂੰ ਉੱਚਾ ਕਰਦੇ, ਰੱਬ ਦੇ ਘਰ ਸਫਲ ਹੋ ਜਾਏਗਾ। ਜੇ ਤੂੰ ਗਿਆਨੀ ਹੈ, ਇੱਕ ਦੀ ਬਾਂਹ ਫੜ ਕੇ ਉਹਨੂੰ ਗਿਆਨ ਬਿਆਨ ਕਰਦੇ, ਵਿਦਵਾਨ ਕਰਦੇ, ਤੂੰ ਉੱਚਾ ਹੋ ਜਾਏਗਾ। ਜਿਹਦੇ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਨੇ ਇੱਦਾਂ ਹੀ ਕੀਤਾ, ਬੜਾ ਜ਼ੋਰ ਲਾਇਆ ਹੈ ਕਿ ਜਿਹੋ ਜਿਹਾ ਮੈਂ, ਉਹੋ ਜਿਹਾ ਸਾਰਾ ਸਮਾਜ ਹੋਵੇ। ਪਰ ਸਮਾਜ ਉੱਦਾਂ ਹੋਇਆ ਨਹੀਂ। ਇੱਥੇ ਆ ਕੇ ਉਹ ਹਾਰ ਗਏ। ਝਾੜੂ ਛਡਾਏ ਉਹਨਾਂ ਨੇ, ਪਰ ਝਾੜੂ ਫੇਰ ਪਕੜ ਲਏ ਆ। ਡਾਕਟਰ ਭੀਮ ਰਾਓ ਅੰਬੇਦਕਰ ਜੀ, ਉਹਨਾਂ ਨੇ ਦੇਖੋ ਝਾੜੂ ਵੀ ਚਲਾਏ ਆ, ਸਾਰੇ ਕੰਮ ਕੀਤੇ ਆ,
ਉਹ ਹਾਲਾਤ ਨੂੰ ਸਮਝਿਆ ਹੈ, ਉਹ ਦਰਦ ਨੂੰ ਸਮਝਿਆ ਹੈ, ਸਾਰੇ ਕੰਮ ਕੀਤੇ ਹੈ, ਪਰ ਹੁਕਮ ਕੀਤਾ ਭਾਈ ਛੱਡੋ। ਉਹ ਘਾਲਣਾ ਕਾਲੀ ਹੈ, ਮਿਹਨਤਾਂ ਕਾਲੀ, ਉਹ ਛੱਡੋ। ਜਿਨ੍ਹਾਂ ਨੇ ਕਿਹਾ ਨਹੀਂ ਭਾਈ ਤੁਹਾਡਾ ਧਰਮ ਹੈ, ਤੁਹਾਡਾ ਕਰਮ ਹੈ, ਤੁਸੀਂ ਰਾਜੇ ਹੋ ਮਹਾਰਾਜੇ ਹੋ, ਆਹ ਜਨਮ ਵਿੱਚ ਤੁਸੀਂ ਆਹ ਕੰਮ ਕਰਦੇ ਹੋ, ਅਗਲੇ ਜਨਮ ਵਿੱਚ ਤੁਸੀਂ ਰਾਜੇ ਬਣੋਗੇ ਮਹਾਰਾਜਾ ਬਣੇਗੋ, ਉਹ ਗੱਲ ਮੰਨ ਲਈ ਉਹਨਾਂ ਦੀ। ਤੇ ਭੀਮ ਰਾਓ ਦੀ ਗੱਲ ਨਹੀਂ ਮੰਨੀ। ਉਹ ਕਹਿੰਦੇ ਗਾਂ ਕੰਨੇ ਵੇਖਿਆ ਜੇ ਰਾਜੇ ਮਹਾਰਾਜੇ ਅਗਲੇ ਜਨਮ 'ਚ ਜਾ ਕੇ ਬਣਨਾ ਹੈ, ਭਾਈ ਤੂੰ ਕਿਉਂ ਕਰਮ ਨਹੀਂ ਕਰਦਾ? ਤੂੰ ਵੀ ਕਰਮ ਕਰ, ਤੂੰ ਵੀ ਅਗਲੇ ਜਨਮ 'ਚ ਰਾਜਾ ਬਣੇ ਮਹਾਰਾਜਾ ਬਣੇ। ਤੂੰ ਇਹ ਜਨਮ 'ਚ ਕਾਹਤੋਂ ਰਾਜਾ ਬਣ ਕੇ ਬਹਿ ਗਿਆ? ਤੂੰ ਵੀ ਝਾੜੂ ਪੋਚਾ ਕਰ, ਅਗਲੇ ਜਨਮ ਵਿੱਚ ਤੂੰ ਵੀ ਰਾਜਾ ਬਣੇ ਮਹਾਰਾਜਾ ਬਣੇ। ਆਪ ਤੂੰ ਐਸੇ ਜਨਮ 'ਚ ਰਾਜਾ ਬਣ ਕੇ ਬਹਿ ਗਿਆ, ਇਹਨਾਂ ਨੂੰ ਕਹਿਣਾ ਕਿ ਅਗਲੇ ਜਨਮ 'ਚ ਰਾਜੇ ਬਣ ਕੇ ਮਹਾਰਾਜੇ, ਤੁਹਾਡਾ ਕਰਮ ਹੀ ਬਹੁਤ ਉੱਤਮ ਹੈ। ਪਰ ਨਹੀਂ ਮੰਨੀ। ਸੋ ਇਸ ਕਰਕੇ ਸਮੇਂ ਨਾਲ ਸਾਈਂ ਪੁੱਟ ਲਿਆ ਲਾਂਗ ਪੂਰੀ ਪਛੇ ਰਹੀਏ। ਵਿਚਾਰ ਦਾ ਜ਼ਮਾਨਾ ਹੈ ਭਾਈ, ਵਿਦਿਆ ਦਾ ਜ਼ਮਾਨਾ ਹੈ, ਐਜੂਕੇਸ਼ਨ ਦਾ ਜ਼ਮਾਨਾ ਹੈ। ਬੱਚਿਆਂ ਨੂੰ ਪੜ੍ਹਾਵੋ, ਬੱਚਿਆਂ ਨੂੰ ਲਿਖਾਵੋ, ਚੰਗੇ ਪਾਸੇ ਲਾਵੋ, ਗੁਰੂ ਗਿਆਨ ਦੇ ਵੱਲ ਕਰੋ, ਗੁਰਬਾਣੀ ਵੱਲ ਕਰੋ, ਗੁਰੂ ਦੇ ਹੁਕਮਨਾਮੇ ਵੱਲ ਕਰੋ, ਗੁਰੂ ਦੇ ਹੁਕਮ ਨੂੰ ਮੰਨੋ, ਰਜਾ ਨੂੰ ਮੰਨੋ ਤੇ ਚੱਲੋ ਉਸ ਦੇ ਅਨੁਸਾਰ। ਤੋ ਸਮਝੋ ਕਹਿੰਦੇ ਇਹਨਾਂ ਚੀਜ਼ਾਂ ਨੂੰ। ਸਵਾਓ ਇੱਥੇ ਵਿਸ਼ਰਾਮ ਲਈਏ। ਮਹਾਰਾਜ ਇੰਨੀ ਕੀ ਹਾਜ਼ਰ ਸਭ ਜੀਵਨ ਦਰ ਪ੍ਰਵਾਨ ਕਰੇ। ਦਾਦਾ ਜੀ ਸਭਨਾਂ ਦੇ ਅੰਦਰ ਪ੍ਰੇਮ ਦਾ ਵਾਸਾ ਕਰੇ, ਨਫ਼ਰਤ ਨੂੰ ਪਰੇ ਕਰੇ। ਸਭਨਾਂ ਅੰਦਰ ਇਕਾਗਰਤਾ ਹੋਵੇ, ਜਥੇਬੰਦੀ ਹੋਵੇ ਤੇ ਵੰਡ ਵਿਤਕਰੀਆਂ ਦੂਰ ਹੋਣ। ਸਾਰੇ ਹੀ ਗੁਰੂ ਵਾਲੇ ਹੋਣ, ਰਹਿਬਰ ਵਾਲੇ ਹੋਣ, ਗੁਰੂਆਂ ਦੀ ਕਰਨੀ ਚੇਤੇ ਹੋਵੇ। ਜੋ ਗੁਰੂ ਕਰਨੀ ਕਰ ਗਏ ਹੈ, ਉਹ ਕਰਨੀ ਕਿਤੇ ਸਾਡੀ ਵੀ ਕਿਤੇ ਹੋ ਜਾਏ, ਸਾਡੇ ਅੰਦਰ ਵੀ ਉਹ ਗੁਰੂ ਪ੍ਰਗਟ ਹੋ ਜਾਏ, ਸਾਡੇ ਅੰਦਰ ਵੀ ਕਿਤੇ ਉਹ ਸੂਰਬੀਰ ਯੋਧੇ ਪ੍ਰਗਟ ਹੋ ਜਾਣ ਜੋ ਹੱਕ ਸੱਚ ਲਈ ਲੜੇ ਆ। ਸੋ ਇਹੋ ਜਿਹੇ ਕਹਿੰਦੇ ਕਰਨੀ ਹੋ ਜਾਏ। ਯੁੱਗਾਂ ਤੋਂ ਪਿਛਾੜੇ ਹੋਏ ਆਦਿਵਾਸੀ ਸੂਰਬੀਰੋ, ਸੋਝੀਏ ਭਵਿੱਖ ਲਈ। ਵਿਚਾਰ ਦਾ ਜ਼ਮਾਨਾ ਹੈ, ਸਮੇਂ ਸਮੇਂ ਨਾਲ ਸਾਈਂ ਪੁੱਟ ਲਿਆ ਲਾਂਗਪੁਰੀ, ਪਛੜੇ ਨਾ ਰਹੀਏ। ਰਫਤਾਰ ਦਾ ਜ਼ਮਾਨਾ ਹੈ। ਰਫਤਾਰ ਕਹਿੰਦੇ ਫੜ ਜਾ, ਸਪੀਡ ਫੜ ਮੜ ਜਾ। ਜਿਹੜੀ ਸਪੀਡ ਨਾਲ ਸਮਾਂ ਚੱਲਦਾ ਹੈ ਨਾ, ਉਹ ਸਮੇਂ ਨਾਲ ਚੱਲ। ਸਮਾਂ ਕਹਿੰਦਾ ਕੀ ਹੈ ਕਿ ਲੱਖਾਂ ਸਾਲ ਬੀਤ ਗਏ ਪੈਰਾਂ ਵਿੱਚ ਰੁਲਦਿਆਂ ਨੂੰ, ਹੁਣ ਪੈਰਾਂ ਤੇ ਖਲੋਈਏ। ਲਲਕਾਰ ਦਾ ਜ਼ਮਾਨਾ ਹੈ। ਲਲਕਾਰ ਰੱਖਦੇ ਸ਼ੇਰ ਵਾਲੀ, ਸ਼ੇਰ ਵਾਲੀ ਲਲਕਾਰ ਰੱਖ। ਕਿਉਂਕਿ ਸ਼ੇਰ ਗਰਜਦਾ ਹੈ ਨਾ, ਉਹੀ ਮਾਲਕ ਹੈ। ਸ਼ੇਰ ਇੱਕ ਵਾਰੀ ਗਰਜ ਦੇਵੇ, ਸਾਰੇ ਤਿੱਤਰ ਬਟੇਰੇ ਦੇ ਫੁਰ ਫੁਰ ਕਰਕੇ ਉੱਡ ਜਾਂਦੇ ਆ। ਸੋ ਇੱਥੇ ਜੀ ਗਰਜ ਹੈ ਨਾ, ਲਲਕਾਰ, ਉਹੀ ਮੱਧਮ ਪੈ ਗਈ ਹੈ, ਉਹੀ ਖਾਮੋਸ਼ ਹੋ ਗਈ ਹੈ ਕਿ ਲੱਖਾਂ ਸਾਲ ਬੀਤ ਕੇ ਪੈਰਾਂ ਵਿੱਚ ਰੁਲਦਿਆਂ ਨੂੰ, ਅਜੇ ਪੈਰਾਂ ਤੇ ਖੜਨ ਦਾ ਜ਼ਮਾਨਾ ਹੈ। ਕਹਿੰਦੇ ਉਹ ਲਲਕਾਰ ਦਾ ਜ਼ਮਾਨਾ ਹੈ। ਜੋ ਬੋਲੇ ਸੋ ਨਿਰਭੈ, ਆਇਆ ਲਲਕਾਰ। ਇਹਨੂੰ ਕਹਿੰਦੇ ਲਲਕਾਰ। ਕਿਉਂਕਿ ਰੱਬ ਦਾ ਲਲਕਾਰ ਨਿਕਲੇਗੀ, ਰੱਬ ਦੀ ਜੈ ਕਾਰ ਨਿਕਲੇਗੀ ਨਾ, ਇਹਨੇ ਆਪ ਹੀ ਜੈ ਜੈ ਹੋਕਾਰ ਹੋ ਜਾਣਾ। ਆਪਣੇ ਗੁਰੂਆਂ ਦੀ ਜੈ ਬੁਲਾਵੋ, ਰੱਬ ਦੀ ਜੈ ਬੁਲਾਵੋ, ਤੁਹਾਡੀ ਆਪਣੇ ਆਪ ਜੈ ਹੋ ਜਾਣੀ ਹੈ, ਫਤਿਹ ਹੋ ਜਾਣੀ ਹੈ। ਇਹੋ ਜਿਹੇ ਲਲਕਾਰ ਕਹਿੰਦੇ ਰੱਖੋ, ਸ਼ਰਮਾਓ ਨਾ। ਜਦੋਂ ਆਪਾਂ ਕਿਸੇ ਨੂੰ ਪੁੱਛਦੇ ਹਾਂ ਵੀ ਸਤਿਗੁਰੂ ਰਵਿਦਾਸ ਦੇ ਦਰਬਾਰ ਤੇ ਕਦੇ ਗਿਆ, ਰਵਿਦਾਸੀਆ ਭਾਈ ਸੀ, ਰਵਿਦਾਸ ਨੇ ਪੁੱਛਿਆ ਵੀ ਕਦੀ ਗੁਰਾਂ ਦੁਆਰੇ ਗਿਆ, ਬਾਣੀ ਦੀ ਹਜ਼ੂਰੀ ਅੰਦਰ ਗਿਆ? ਕਹਿੰਦਾ ਨਾ ਭਾਈ, ਸਾਡੇ ਤੋਂ ਉਮਰ 'ਚ ਵਡੇਰਾ ਸੀ ਉਹ। ਕਹਿੰਦਾ ਇੱਕ ਵਾਰੀ ਵੀ ਨਹੀਂ ਗਿਆ ਆਪਣੇ ਗੁਰੂ ਦੇ ਦੁਆਰੇ, ਬਾਣੀ ਦੀ ਹਜ਼ੂਰੀ ਅੰਦਰ, ਗੁਰੂ ਦੇ ਗਿਆਨ ਅੰਦਰ ਇੱਕ ਵਾਰੀ ਵੀ ਨਹੀਂ ਕਹਿੰਦੇ ਗਿਆ। ਅਸੀਂ ਕਿ ਵਾਹ ਜੀ ਕਿਆ ਬਾਤਾਂ, ਬਹੁਤ ਸਿਫਤਾਂ ਵਾਲੀ ਗੱਲ ਹੈ। ਬੀਬਾ ਨੂੰ ਪੁੱਛਿਆ, ਹਾਂ ਬੀਬੀ ਕਦੀ ਵਾਲਮੀਕ ਆਸ਼ਰਮ ਗਏ, ਵਾਲਮੀਕ ਮੰਦਿਰ ਗਏ, ਰਮਾਇਣ ਦੀ ਹਜ਼ੂਰੀ ਅੰਦਰ ਗਏ, ਗੁਰੂ ਗਿਆਨ ਦੀ ਹਜ਼ੂਰੀ ਅੰਦਰ ਗਏ ਕਦੀ? ਕਹਿੰਦੇ ਨਾ ਜੀ ਇੱਕ ਵਾਰੀ ਵੀ ਨਹੀਂ। ਆਪਾਂ ਨਹੀਂ ਜਾਂਦੇ, ਕਹਿੰਦੇ ਸਾਡੇ ਨਾਲ ਦੇ ਗੁਆਂਢੀ ਉਹ ਜਾਂਦੇ ਆ, ਆਪਾਂ ਨਹੀਂ ਜਾਂਦੇ। ਭਾਈ ਤੁਸੀਂ ਕਿੱਧਰ ਜਾਂਦੇ ਹੋ? ਅਸੀਂ ਉੱਧਰ ਜਾਂਦੇ ਹਾਂ। ਤੇ ਬਹੁਤ ਸੋਹਣੀ ਗੱਲ ਹੈ, ਸਿਫਤਾਂ ਵਾਲੀ ਗੱਲ ਹੈ ਨਾ, ਇਹ ਸਿਫਤਾਂ ਵਾਲੀ ਗੱਲ ਹੈ।
ਆਪਾਂ ਨਹੀਂ ਜਾਂਦੇ, ਦੂਜੇ ਜਾਂਦੇ। ਤੂੰ ਕਿਉਂ ਨਹੀਂ ਜਾਂਦਾ ਭਾਈ? ਆਪਣਾ ਘਰ ਛੱਡ ਕੇ, ਆਪਣਾ ਪਿਓ ਛੱਡ ਕੇ ਤੂੰ ਕਿਉਂ ਨਹੀਂ ਜਾਂਦਾ ਪਿਓ ਦੀ ਚਰਨੀ ਭਾਈ? ਇਹ ਸਾਰੀ ਦੁਨੀਆ ਨੂੰ ਬਾਣੀ ਬਖਸ਼ੀ ਹੈ, ਉਹਦੀ ਚਰਨੀ ਕਿਉਂ ਨਹੀਂ ਲੱਗਦਾ? ਤੂੰ ਵੀ ਲੱਗ, ਤੇਰੀ ਪਾਰ ਉਤਾਰੇ ਕਿਤੇ ਹੋ ਜਾਣ। ਕਾਹਤੋਂ ਭਟਕਦਾ ਹੈ? ਇਹਦੇ ਨਿਸ਼ਾਨੇ ਹੋਰ ਚੱਕ ਲਏ ਹੈ, ਹੋਰ ਨੇ ਗੋਲਕਾਂ ਭਰੀ ਜਾਂਦੇ, ਹੋਰ ਨੇ ਨਿਸ਼ਾਨੇ ਚੱਕ ਕੇ ਤੁਰੇ ਹੈ। ਆਪਣਾ ਨਿਸ਼ਾਨਾ ਤਾਂ ਸਾਂਭਿਆ ਹੀ ਨਹੀਂ, ਆਪਣੇ ਘਰ ਦੀਆਂ ਗੋਲਕਾਂ ਤਾਂ ਭਰੀਆਂ ਹੀ ਨਹੀਂ, ਹੋਰ ਨੇ ਨਿਸ਼ਾਨੇ ਚੱਕ ਕੇ ਤੁਰ ਪਏ। ਹੋਰਾਂ ਦੀਆਂ ਗੋਲਕਾਂ ਭਰਨ ਆਪ ਕਰਜ਼ੇ ਥੱਲੇ ਆ ਗਏ, ਕਰਜ਼ੇ ਚੱਕ ਕੇ ਤੁਰ ਪਏ ਉਧਰ ਨੂੰ, ਨਿਸ਼ਾਨੇ ਲੈ ਕੇ ਗੈਰਾਂ ਦੇ। ਜਿਹਨਾਂ ਨੇ ਦੱਬੇ ਆ, ਜਿਹਨਾਂ ਨੇ ਕੁਚਲੇ ਆ, ਉਹਨਾਂ ਨੂੰ ਜੈ ਜੈਕਾਰ ਬੁਲਾਈ ਜਾਂਦੇ ਅੱਜ ਵੀ। ਜਿਹਨਾਂ ਨੇ ਸਾਨੂੰ ਮਾਂ ਦੇ ਸਮਾਨ ਦਿੱਤਾ ਉਹਦਾ ਤਾਂ ਮੁੱਖ ਹੀ ਹੈ ਨਹੀਂ, ਕਿਉਂਕਿ ਹਾਲਾਤ ਚਾਰੇ ਪਾਸੇ ਇੱਦਾਂ ਹੀ ਹੈ। ਕਿਉਂਕਿ ਸਾਡਾ ਭਾਈਚਾਰਾ ਸਤਿਗੁਰੂ ਰਵਿਦਾਸ ਜੋ ਕਹਿੰਦੇ ਰਵਿਦਾਸੀ ਹੈ, ਉਹਨਾਂ ਨਾਲ ਸਾਡੀ ਬਹੁਤ ਮੁਹੱਬਤ ਹੈ। ਉਹਨਾਂ ਘਰਾਂ 'ਚ ਖਾਂਦੇ ਆ, ਪੀਂਦੇ ਆ, ਬੜਾ ਪ੍ਰੇਮ ਹੈ, ਗੁਰੂ ਦੀ ਕਿਰਪਾ ਹੈ, ਵਿਚਾਰ ਮਿਲ ਜਾਂਦੀ ਹੈ। ਉਹਨਾਂ ਘਰਾਂ ਅੰਦਰ ਵੀ ਸਭ ਕੁਝ ਮਿਲ ਜਾਏਗਾ। ਸਤਿਗੁਰੂ ਰਵਿਦਾਸ ਦੀ ਮਹਾਰਾਜ ਦੀ ਤਸਵੀਰ ਨਹੀਂ ਮਿਲਦੀ, ਬੜਾ ਦੁੱਖ ਹੁੰਦਾ ਹੈ। ਹੁਣ ਜਿੱਥੇ ਅਸੀਂ ਕੰਮ ਲੱਗੇ ਆ ਨਾ, ਉਹ ਵੀ ਰਵਿਦਾਸੀਆਂ ਦਾ ਘਰ ਹੈ। ਐਂ ਕੰਧਾਂ 'ਤੇ ਥੱਲੇ 'ਤੇ ਐਂ ਟੈਲਾਂ ਲਿਸ਼ਕਦੀਆਂ, ਚਿਹਰਾ ਦਿਖਾਈ ਦਿੰਦਾ ਟੈਲਾਂ ਵਿੱਚ, ਪਰ ਘਰ ਦੇ ਅੰਦਰ ਸਤਿਗੁਰੂ ਦੀ ਤਸਵੀਰ ਨਹੀਂ ਸਾਨੂੰ ਨਜ਼ਰ ਆਈ। ਕਿੱਥੇ ਜਾਂਦੇ ਆ ਭਾਈ? ਰਾਧਾ ਸਵਾਮੀ ਦੇ ਜਾਂਦੇ ਆ। ਚਲੋ ਠੀਕ ਹੈ, ਮੁਬਾਰਕ ਹੈ ਭਾਈ। ਗੁਰੂਆਂ ਦੀ ਤਸਵੀਰ, ਗੁਰੂਆਂ ਦੀ ਬਾਣੀ, ਉੱਧਰ ਨਹੀਂ ਕਦੇ ਜਾ ਹੁੰਦਾ, ਕਦੇ ਗਏ ਨਹੀਂ। ਸਹੀ ਸਮਾਜ ਦਾ ਹਾਲ ਹੈ। ਸੋ ਆਓ, ਗੱਲਾਂ ਬਾਤਾਂ ਨਹੀਂ ਖਤਮ ਹੋਣ ਵਾਲੀਆਂ। ਤੁਸੀਂ ਵੀ ਥੱਕ ਗਏ ਹੋਵੋਗੇ, ਚਲੀਏ ਆਪਣੇ ਆਪਣੇ ਘਰੇ। ਸਪਾਈ ਆਪਣੇ ਗੁਰੂਆਂ ਦੇ ਬਣ ਕੇ ਰਹੋ, ਆਪਣੇ ਰਹਿਬਰਾਂ ਦੇ ਬਣ ਕੇ ਰਹੋ, ਸੰਤਾਂ ਫਕੀਰਾਂ ਦੇ ਬਣ ਕੇ ਰਹੋ, ਆਪਣੇ ਧਰਮ ਸਥਾਨ ਦੇ ਬਣ ਕੇ ਰਹੋ। ਜਿਹੜੀ ਬਾਣੀ ਸਤਿਗੁਰੂ ਵਾਲਮੀਕ ਮਹਾਰਾਜ ਨੇ ਆਪ ਨੂੰ ਦਿੱਤੀ ਹੈ, ਸਾਰੀ ਦੁਨੀਆ ਨੂੰ ਦਿੱਤੀ ਹੈ, ਉਹ ਰੁਤਬੇ, ਉਹ ਪਦਵੀਆਂ, ਉਹ ਸ਼ਕਤੀਆਂ, ਭਗਤੀਆਂ, ਉਹ ਕਲਮ ਤੁਹਾਨੂੰ ਵੀ ਦਿੱਤੀ ਹੈ, ਉਹ ਵਿਚਾਰ ਤੁਹਾਨੂੰ ਵੀ ਦਿੱਤੀ ਹੈ। ਵਿਚਾਰ ਨੂੰ ਪਕੜੋ, ਉਹ ਕਲਮ ਨੂੰ ਪਕੜੋ। ਕਲਮ ਨੂੰ ਪਕੜੋਗੇ, ਤੁਹਾਡੇ ਅੰਦਰ ਸਵਾਲ ਪੈਦਾ ਹੋਣਗੇ। ਉਹ ਸਵਾਲ ਹੀ ਤੁਹਾਨੂੰ ਨੇਕੀਆਂ ਵੱਲ ਲੈ ਕੇ ਜਾਣਗੇ, ਲਲਕਾਰ ਬਣਨਗੇ, ਗੈਰਤ ਬਣਨਗੇ, ਅਣਖ ਬਣਨਗੇ। ਜਿਹੜੀ ਅਣਖ, ਜਿਹੜੀ ਗੈਰਤ ਗੁਰੂਆਂ ਦੀ ਬਾਣੀ 'ਚ ਮਿਲਦੀ ਹੈ, ਕਲਮ ਦੀ ਸ਼ਕਤੀ ਨੂੰ ਮਿਲਦੀ ਹੈ। ਹਜ਼ਰ ਤ੍ਰਿਕਾਦਸ਼ੀ ਸ੍ਰੀ ਗੁਰੂ ਵਾਲਮੀਕ ਭਗਵਾਨ ਜੀ ਮਹਾਰਾਜ ਸਭ ਜੀਵਾਂ ਦੇ ਅੰਗ ਸੰਗ ਸਾਈ ਹੋਣ। ਸੋਈਆਂ ਕਮੀਆਂ ਤਰੁੱਟੀਆਂ ਦਾਤਾ ਜੀ ਖਿਮਾ ਕਰੇ। ਸਾਧ ਸੰਗਤ ਜੀ ਬਖਸ਼ਣ ਜੋ ਹਰੀ ਪਰਮਾਤਮਾ ਬਖਸ਼ਣ ਹਾਰੇ। ਸਾਡੇ ਵਿੱਚ ਭਾਈ ਅਮਰੀਕ ਜੀ, ਕੌਮੀ ਜੱਤਾ, ਗੁਰੂ ਕਿਰਪਾ ਕੀਰਤਨ ਜੱਤਾ ਹਾਜ਼ਰ। ਕੋਈ ਵਿਚਾਰਧਾਰਾ ਭਾਈ ਸਾਹਿਬ ਛੋਟੀ ਜੀ, ਕੋਈ ਛੋਟੀ ਜੀ ਕਰ ਲਓ ਕੋਈ। ਪਰ ਬਹੁਤ ਦੁੱਖ ਹੁੰਦਾ ਜਦੋਂ ਦੇਖੋ ਸਭ ਬਜ਼ੁਰਗ ਹੀ ਹੈ ਨਹੀਂ, ਸਾਡੇ ਘਰ ਦੇ ਤਾਂ ਬਜ਼ੁਰਗ ਹੀ ਹੈ ਨਹੀਂ, ਜੜ੍ਹਾਂ ਹੀ ਹੈ ਨਹੀਂ। ਜਿਹੜੀਆਂ ਕੰਮ ਜੜ੍ਹਾਂ ਨਹੀਂ ਕਰਦੀਆਂ, ਪੱਤੇ ਕਿੱਦਾਂ ਕਰ ਲੈਣਗੇ ਭਾਈ? ਟਾਹਣੀਆਂ ਕਿੱਦਾਂ ਕਰ ਲੈਣਗੀਆਂ? ਕਿੱਦਾਂ ਰੁੱਖ ਸੰਪੂਰਨ ਹੋਏਗਾ? ਸੋ ਪਹਿਲਾ ਕੰਮ ਜੜ੍ਹਾਂ ਦਾ ਹੈ। ਜੜ੍ਹਾਂ ਖੜ੍ਹਨ ਇੱਥੇ ਆ ਕੇ, ਚੌਧਰਾਂ ਵਿੱਚ ਨਾ ਰਹਿਣ। ਅਤੇ ਕਲਯੁਗ ਦੀ ਗੱਲ ਹੋਈ ਨਾ, ਪ੍ਰੋਮਿਸ ਕਰਦੇ ਆਪਦੇ ਨਾਲ, ਕਲਯੁਗ ਬਾਰੇ ਵਿਚਾਰ ਕਰਾਂਗੇ। ਕਲਯੁਗ ਕਹਿੰਦੇ ਕਿਹਨੂੰ ਹੈ? ਬਹੁਤ ਤੱਤੇ ਵਿਚਾਰ ਹੈ। ਬੋਲੇ 100 ਰੁਪਏ ਅਜ਼ਮਤ ਤ੍ਰਿਕਾਦਸ਼ ਸ੍ਰਿਸ਼ਟੀ ਕਰਤਾ ਵਾਲਮੀਕ ਦਇਆਵਾਨ ਜੀ ਕੀ ਜੈ। ਜੋ ਬੋਲੇ